सारे बच्चों का ऑनलाइन स्टडी चैनल ते स्वागत है ते सारे बच्चे इन्हां ऑनलाइन क्लासेस का भरपूर फायदा ले रहे होंगे ते अपने सारे विषयों की पढ़ाई पूरा मन लगा के कर रहे होंगे। तो बच्चों खोलो फिर अपनी कापियां, शुरू करते हैं आपां अज दी जमात। ते सब तो पहला लिखो फिर अपनी कॉपी ते अज दी मिति ते मिति तो बाद तुसी लिखना है अज दा दिन। तैयारी होगी जी ते फिर आपां शुरू करते हैं सब तो पहला पंजाबी विषय दे नाल। सत श्री अकाल जी, मैं हाँ तुहाडी पहली जमात दी पंजाबी पुस्तक। प्यारे बच्चिओ, ये दसो कि तुसी कदे जंगल देखिया है? तुहानू पता है जंगल विच कौन रहिंदा है? नहीं? आओ मेरे नाल आपां जंगल देखण चलदे हाँ। ये है जी जंगल। ए कां दी आवाज कौन कर रहा है? ए तां कां है। ए दरखत ते की कर रहा है? ए तां अपने आलने कोल बैठा है। तुहानू पता है कां दरखत दियां टाहनियां उत्ते आलना बना के रहिंदा है। ओ देखो हरे रंग दा तोता भी बैठा है। ਇਹ ਕਿੱਥੇ ਰਹਿੰਦਾ ਹੈ? ਇਹ ਦਰਖਤ ਦੀ ਖੋੜ ਵਿੱਚ ਰਹਿੰਦਾ ਹੈ। ਇਹ ਹੈ ਖੋੜ, ਇੱਥੇ ਰਹਿੰਦਾ ਹੈ ਤੋਤਾ। ਇਸ ਲਟਕਦੇ ਹੋਏ ਆਲਣੇ ਵਿੱਚ ਕੌਣ ਰਹਿੰਦਾ ਹੈ? ਇੱਥੇ ਰਹਿੰਦਾ ਹੈ ਬੀਜੜਾ। ਦੇਖੋ ਇਹ ਹੈ ਬੀਜੜਾ। ਇਹ ਇਸ ਤਰ੍ਹਾਂ ਲਟਕਦਾ ਹੋਇਆ ਆਲਣਾ ਬਣਾ ਕੇ ਰਹਿੰਦਾ ਹੈ। ਉਹ ਦੇਖੋ ਉਧਰ ਸ਼ੇਰ ਤੇ ਚੂਹਾ ਆ ਰਹੇ ਹਨ। ਇਹ ਕਿੱਥੇ ਰਹਿੰਦੇ ਹਨ? ਮੈਨੂੰ ਲੱਗਦਾ ਇਹ ਉਹ ਗੁਫਾ ਅਤੇ ਖੁੱਡ ਵਿੱਚ ਰਹਿੰਦੇ ਹਨ। ਤਾਂ ਦੱਸੋ ਫਿਰ ਸ਼ੇਰ ਕਿੱਥੇ ਰਹਿੰਦਾ ਹੈ? ਕੀ ਕਿਹਾ? ਖੁੱਡ ਵਿੱਚ? ਪਰ ਸ਼ੇਰ ਤਾਂ ਬਹੁਤ ਵੱਡਾ ਹੁੰਦਾ ਹੈ। ਇਹ ਤਾਂ ਖੁੱਡ ਅੰਦਰ ਜਾ ਹੀ ਨਹੀਂ ਸਕਦਾ। ਸ਼ੇਰ ਤਾਂ ਉਹ ਗੁਫਾ ਵਿੱਚ ਰਹਿੰਦਾ ਹੈ ਤੇ ਇਸ ਖੁੱਡ ਵਿੱਚ ਇਹ ਚੂਹਾ ਰਹਿੰਦਾ ਹੈ। ਆ ਜਾ ਸ਼ਹਿਦ ਦੀ ਮੱਖੀ, ਤੂੰ ਵੀ ਸਾਨੂੰ ਆਪਣਾ ਘਰ ਦਿਖਾ ਦੇ। ਤੂੰ ਕਿੱਥੇ ਰਹਿੰਦੀ ਹੈ? ਅੱਛਾ, ਸ਼ਹਿਦ ਦੀ ਮੱਖੀ ਛੱਤਾ ਬਣਾ ਕੇ ਰਹਿੰਦੀ ਹੈ। ਇੱਥੇ ਤਾਂ ਬਹੁਤ ਸਾਰੀਆਂ ਸ਼ਹਿਦ ਦੀਆਂ ਮੱਖੀਆਂ ਇਕੱਠੀਆਂ ਰਹਿੰਦੀਆਂ ਹਨ। ਆਓ ਹੁਣ ਉੱਧਰ ਪਾਣੀ ਵੱਲ ਦੇਖੀਏ, ਉੱਧਰ ਕੌਣ ਰਹਿੰਦਾ ਹੈ? ਇਹ ਤਾਂ ਮੱਛੀ ਹੈ। ਤਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ। ਹੁਣ ਇਹ ਦੱਸੋ ਕਿ ਤੁਸੀਂ ਕਿੱਥੇ ਰਹਿੰਦੇ ਹੋ? ਹਾਂਜੀ, ਤੁਸੀਂ ਰਹਿੰਦੇ ਹੋ ਘਰ ਵਿੱਚ। ਤੁਹਾਨੂੰ ਇਹਨਾਂ ਸ਼ਬਦਾਂ ਦਾ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਕੌਣ ਕਿੱਥੇ ਰਹਿੰਦਾ ਹੈ। ਪਰ ਆਪਣੇ ਆਲੇ ਦੁਆਲੇ ਹੋਰ ਵੀ ਬਹੁਤ ਸਾਰੇ ਜੀਵ ਜੰਤੂ ਹਨ। ਤੁਸੀਂ ਇਹਨਾਂ ਸ਼ਬਦਾਂ ਵੀ ਪਤਾ ਕਰਨਾ ਹੈ ਕਿ ਕੌਣ ਕਿੱਥੇ ਰਹਿੰਦਾ ਹੈ। सत श्री अकाल प्यारे बच्चों, की हाल चाल है जी। बच्चों अज छोटे बच्चों वास्ते एक मैं बहुत ही प्यारी खेड लैके आया स्टापू। स्टापू तो आप वैसे भी खेडते हैं, इस खेड दे विच आपां नाल नाल सिखांगे भी। किहदे बारे सिखांगे आओ मैं तुहानूं दिखावां। तां मेरे कोल अड अड खाने बने ने स्टापू दे, जिहदे विच तुसीं देख रहे हो 1 तो लैके 2 3 4 5 6 7 8 ते 9 तक मेरे कोल गिनती लिखी है, अंक लिखे है। ਤਾਂ ਬੱਚਾ ਇੱਕ ਮੇਰੇ ਕੋਲ ਜਿਹੜਾ ਆ ਗੀਟੀ ਨੂੰ ਸੁੱਟੇਗਾ, ਜਿੰਨੇ ਅੰਕ ਤੇ ਉਹ ਗੀਟੀ ਆਏਗੀ ਉਹ ਛਾਲ ਲਗਾਉਂਦਾ ਉੱਥੇ ਪਹੁੰਚੇਗਾ ਤੇ ਫਿਰ ਉਹ ਗੀਟੀ ਚੁੱਕ ਕੇ ਨਾਲ ਦੀ ਨਾਲ ਵਾਪਸ। ਤਾਂ ਆਪਾਂ ਦੇਖਦੇ ਆਂ ਇਹ ਕਿਸ ਤਰ੍ਹਾਂ ਖੇਡਦੇ ਆਂ। ਹਾਂਜੀ ਬੱਚੇ ਤਿਆਰ ਹੋ? ਗੀਟੀ ਘੁਮਾਓ, ਸੁੱਟਦੇ ਜਾਓ, ਅੰਕ ਜੋ ਆਏ ਦੱਸਦੇ ਜਾਓ। ਗੀਟੀ ਘੁਮਾਓ। ਹਾਂਜੀ ਵੈਰੀ ਗੁੱਡ। ਕਿੰਨੇ ਤੇ ਆਈ ਹੈ ਬੇਟਾ? 6।
6। ਹਾਂਜੀ ਹੁਣ ਬੱਚਾ ਛਾਲ ਮਾਰ ਕੇ ਵਾਰੀ-ਵਾਰੀ ਆਉਣਾ ਆਪਾਂ। ਚਲੋ ਜੀ। 1 2 3 4 5 6। ਵੈਰੀ ਗੁੱਡ। ਸਾਡੀ ਗੀਟੀ 6 ਤੇ ਹੈ। ਹਾਂ ਬੇਟਾ ਗੀਟੀ ਚੱਕ ਲਓ। ਹੁਣ ਆਪਾਂ ਐਵੇਂ ਹੀ ਛਾਲ ਮਾਰਦੇ ਹੋਏ ਪਿੱਛੇ ਨੂੰ ਜਾਣਾ ਹੈ। 6 ਹੂੰ 5 4 3 2 1। ਵਾਹ ਬਈ ਵਾਹ, ਵੈਰੀ ਗੁੱਡ। ਹਾਂਜੀ ਹੁਣ ਤੁਸੀਂ ਦੇਖਿਆ ਕਿ ਬੱਚੇ ਨੇ ਗੀਟੀ ਜਦੋਂ ਸੁੱਟੀ ਹੈ ਤਾਂ ਉਹ 6 ਦੇ ਅੰਕ ਤੇ ਡਿੱਗੀ ਤੇ ਬੱਚਾ ਛਾਲ ਮਾਰਦਾ ਹੋਇਆ 6 ਤੇ ਪਹੁੰਚਿਆ ਤੇ 6 ਤੋਂ ਫਿਰ 1 ਤੇ। ਤਾਂ ਇਹਦੇ ਨਾਲ ਖੇਡ ਦੇ ਨਾਲ ਅਸੀਂ ਅੰਕਾਂ ਦੀ ਵੀ ਨਾਲ ਪਹਿਚਾਣ ਕਰ ਸਕਦੇ ਹਾਂ। ਤਾਂ ਬੱਚਿਓ ਆਪਾਂ ਸਟਾਪੂ ਖੇਡ ਖੇਡੀ ਆ, ਉਸੇ ਤਰ੍ਹਾਂ ਉਹਦੇ ਨਾਲ ਜੁੜਦੀ ਹੋਈ ਇੱਕ ਹੋਰ ਆਪਾਂ ਖੇਡ ਕਰਦੇ ਹਾਂ, ਜਿਹਦੇ ਵਿੱਚ ਮੇਰੇ ਕੋਲ ਇੱਕ ਚੱਕਰ ਲਗਾਇਆ ਹੋਇਆ ਤੇ ਚੱਕਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਾਰਡ ਪਏ ਨੇ। ਕਾਰਡ ਨੇ ਸਾਡੇ ਕੋਲ 9, ਪਰ ਕਾਰਡ ਉਲਟੇ ਕਰਕੇ ਰੱਖੇ ਹੋਏ ਆ। ਬੱਚਿਆਂ ਨੂੰ ਨਹੀਂ ਪਤਾ ਕਿ ਇਹਦੇ ਵਿੱਚ ਕਿੰਨਾ ਅੰਕ ਹੈ। ਤਾਂ ਹੁਣ ਆਪਾਂ ਇੱਕ ਬੱਚਾ ਚੱਕਰ ਦੇ ਵਿੱਚ ਛਾਲ ਲਗਾਏਗਾ, ਕਾਰਡ ਨੂੰ ਚੁੱਕ ਕੇ ਸਾਨੂੰ ਦੱਸੇਗਾ ਕਿ ਅੰਕ ਉਹਦੇ ਉੱਤੇ ਕਿੰਨਾ ਲਿਖਿਆ। ਠੀਕ ਹੈ। ਤੇ ਇਹਦੇ ਲਈ ਆਪਾਂ ਬੋਲਣਾ ਹੈ ਛਾਲ लगाओ कार्ड ले आओ, अंक जो आए 10 दे जाओ। छाल मारो कार्ड ले आओ, अंक जो आए 10 दे जाओ। हाँ जी बेटा कितना अंक आया? 9। वेरी गुड, 9 ही है। शाबाश। हाँ जी दूजे बच्चे की वारी आ गई। छाल मारो कार्ड ले आओ, अंक जो आए 10 दे जाओ। ਜਿਹੜਾ ਮਰਜ਼ੀ ਕਾਰਡ ਚੱਕ ਲੈਣਾ ਬੱਚੇ ਨੇ। ਹਾਂਜੀ ਬੇਟਾ ਕਿੰਨਾ ਅੰਕ ਹੈ? 1। ਵੈਰੀ ਗੁੱਡ। ਤੁਸੀਂ ਦੇਖਿਆ ਕਿ ਹੁਣੇ ਬੱਚਿਆਂ ਨੇ ਖੇਡ ਦੇ ਵਿੱਚ 1 ਤੋਂ 9 ਤੱਕ ਅੰਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਅਸੀਂ ਸਟਾਪੂ ਖੇਡ ਵੀ ਖੇਡੀ ਹੈ ਤੇ ਨਾਲ ਦੀ ਨਾਲ ਛਾਲ ਮਾਰੋ ਕਾਰਡ ਲਿਆਓ। ਤਾਂ ਤੁਸੀਂ ਜਿਹੜੇ ਮਾਪਿਓ ਆ ਬੱਚਿਆਂ ਦੇ, ਉਹਨਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕਾਰਡ ਘਰ ਵਿੱਚ ਬਹੁਤ ਆਸਾਨੀ ਨਾਲ ਤਿਆਰ ਕੀਤੇ ਜਾ ਸਕਦੇ ਆ ਕਰਕੇ, ਤੇ ਉਹਨਾਂ ਨੂੰ ਨਾਲ ਖੜਾਓ ਤਾਂ ਕਿ ਉਹ ਅੰਕਾਂ ਨੂੰ ਚੰਗੀ ਤਰ੍ਹਾਂ ਸਿੱਖ ਲੈਣ। ਅਤੇ ਨਾਲ ਦੀ ਨਾਲ ਅਸੀਂ ਅੰਕਾਂ ਦੇ ਕ੍ਰਮ ਬਾਰੇ ਵੀ ਜਾਣਕਾਰੀ ਜ਼ਰੂਰ ਦੇਣੀ ਹੈ ਕਿ ਸਹੀ ਅੰਕਾਂ ਦਾ ਕ੍ਰਮ ਕੀ ਹੈ। 3 4 5 6 7 8 9। ਤਾਂ ਇਹ ਅੰਕਾਂ ਦੀ ਜਿਹੜੀ ਕ੍ਰਮ ਬਾਰੇ ਜਾਣਕਾਰੀ ਦੇਣ ਲਈ ਸਾਨੂੰ ਪਤਾ ਕਿ ਹੁਣ ਅਸੀਂ ਕ੍ਰਮ ਅਨੁਸਾਰ ਰੱਖ ਦਿੱਤੇ ਨੇ 1 2 3 4 5 6 7 8 9। ਇਥੋਂ ਅਸੀਂ ਤਾਂ ਸਾਰੇ ਬੱਚਿਆਂ ਨੂੰ ਇਸ ਤਰ੍ਹਾਂ ਨਾਲ ਦੀ ਨਾਲ ਖੜਾਓ ਤੇ ਨਾਲ ਦੀ ਨਾਲ ਪੜ੍ਹਾਈ ਨਾਲ ਜੋੜ ਕੇ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਵਧੀਆ ਤਰੀਕੇ ਨਾਲ ਪੜ੍ਹਦੇ ਲੰਘੇ। ਧੰਨਵਾਦ। Hello children, let's learn English. Children, today we are going to learn English alphabet. As you know, there are 26 letters in English alphabet, and today we will learn these letters one by one. Let's start. Listen carefully. A, B, C, D, E, F, G, H, I, J, K, L, M, N, O, P, Q, R, S, T, U, V, W, X, Y, Z. So we have read A to Z. Let's read again. Now you will speak after me. A, B, C, D, E,
F G H I J K L M N O P Q R S T U V W X Y Z. Very well done. Children, now it's time for your homework. And your homework is practice to read these letters. Children, keep learning. Thank you. ਜਮਾਤ ਦੂਜੀ ਵਿਸ਼ਾ ਪੰਜਾਬੀ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਕੱਲ ਤੁਸੀਂ ਸਿਹਾਰੀ ਦੀ ਮਾਤਰਾ ਦੇ ਸ਼ਬਦ ਪੜ੍ਹਨੇ ਸਿੱਖੇ ਸਨ। ਅੱਜ ਅਸੀਂ ਸਿਹਾਰੀ ਦੀ ਮਾਤਰਾ ਦੇ ਪੰਨਾ ਨੰਬਰ 8 ਉੱਤੇ ਅਭਿਆਸ ਕਰਨਾ ਸਿੱਖਾਂਗੇ। ਚਲੋ ਫਿਰ ਕਰਦੇ ਹਾਂ ਸ਼ੁਰੂ। ਆਓ ਹੁਣ ਅਸੀਂ ਮਾਤਰਾਵਾਂ ਦੇ ਅੰਤਰ ਨੂੰ ਸ਼ਬਦਾਂ ਰਾਹੀਂ ਸਮਝਣ ਦਾ ਯਤਨ ਕਰਦੇ ਹਾਂ। ਆਓ ਕਰਦੇ ਹਾਂ ਅਭਿਆਸ 1। ਪੜੋ ਅਤੇ ਸਮਝੋ। ਸ ਰ ਸਰ, ਸਿ ਰ ਸਿਰ, ਚ ਰ ਚਰ, ਚਿ ਰ ਚਿਰ, ਦ ਸ਼ਾ ਦਸ਼ਾ, ਦਿ ਸ਼ਾ ਦਿਸ਼ਾ, ਪ ਤਾ ਪਤਾ, ਪੀ ਤਾ ਪਿਤਾ, ਗਾ ਣ ਗਾਣ, ਗਿ ਣ ਗਿਣ, ਦਾ ਨ ਦਾਨ, ਦੀ ਨ ਦਿਨ, ਕ ਰ ਨ ਕਰਨ, ਕਿ ਰ ਨ ਕਿਰਨ, ਕ ਸ ਮ ਕਸਮ, ਕਿ ਸ ਮ ਕਿਸਮ। ਦੇਖਿਆ ਬੱਚਿਓ ਕਿਸ ਤਰ੍ਹਾਂ ਮਾਤਰਾਵਾਂ ਬਦਲਣ ਨਾਲ ਸ਼ਬਦਾਂ ਵਿੱਚ ਅੰਤਰ ਆ ਜਾਂਦਾ ਹੈ। ਆਓ ਹੁਣ ਕਰਦੇ ਹਾਂ ਅਭਿਆਸ 2। ਸਿਹਾਰੀ ਮਾਤਰਾ ਦੀ ਵਰਤੋਂ ਕਰਦੇ ਹੋਏ ਹੇਠ ਲਿਖੇ ਅੱਖਰਾਂ ਨਾਲ ਕੋਈ 8 ਸ਼ਬਦ ਬਣਾਓ। ਸਾਨੂੰ ਪਹਿਲਾਂ ਹੀ 2 ਸ਼ਬਦ ਬਣਾ ਕੇ ਦਿੱਤੇ ਗਏ ਹਨ। ਸਿ ਰ ਸਿਰ ਅਤੇ ਨ ਹੀ ਰ ਨਹਿਰ ਸ਼ਬਦ ਬਣਾ ਕੇ ਦਿੱਤੇ ਗਏ ਹਨ। ਆਓ ਅਸੀਂ ਵੀ ਇਹਨਾਂ ਅੱਖਰਾਂ ਨਾਲ ਹੋਰ ਸ਼ਬਦ ਬਣਾਉਣੇ ਸਿੱਖਦੇ ਹਾਂ। ਦੇਖੋ ਬੱਚਿਓ, ਦੀ ਮਾ ਗ ਦਿਮਾਗ, ਫਿ ਲ ਮ ਫਿਲਮ, ਮੀ ਸ਼ ਨ ਮਿਸ਼ਨ। ਹਾਂਜੀ ਤੁਸੀਂ ਵੀ ਬਣਾਓ ਬੱਚਿਓ। ਸ਼ਾਬਾਸ਼। ਪਾ ਲੀ ਸ਼ ਪਾਲਿਸ਼, ਨੀ ਰਾ ਲਾ ਨਿਰਾਲਾ, ਮਾ ਲੀ ਸ਼ ਮਾਲਿਸ਼, ਹੀ ਸਾ ਰ ਹਿਸਾਰ, ਕਿ ਸ਼ ਨ ਕਿਸ਼ਨ। ਦੇਖਿਆ ਬੱਚਿਓ ਅੱਖਰਾਂ ਨਾਲ ਸ਼ਬਦ ਬਣਾਉਣ ਦੀ ਖੇਡ ਕਿੰਨੀ ਮਜ਼ੇਦਾਰ ਹੈ। ਹਾਂਜੀ ਬੱਚਿਓ, ਇੱਕ ਵਾਰ ਫੇਰ ਇਹਨਾਂ ਸ਼ਬਦਾਂ ਦੀ ਦੁਹਰਾਈ ਕਰਦੇ ਹਾਂ। ਦਿਮਾਗ, ਫਿਲਮ, ਮਿਸ਼ਨ, ਪਾਲਿਸ਼, ਨਿਰਾਲਾ, ਮਾਲਿਸ਼, ਹਿਸਾਰ, ਕਿਸ਼ਨ। ਇਸ ਤਰ੍ਹਾਂ ਅਸੀਂ ਹੋਰ ਵੀ ਕਈ ਸ਼ਬਦ ਬਣਾ ਸਕਦੇ ਹਾਂ। ਆਓ ਦੇਖੀਏ ਅੱਜ ਦਾ ਘਰ ਦਾ ਕੰਮ। ਪਿਆਰੇ ਬੱਚਿਓ, ਤੁਸੀਂ ਅੱਜ ਜਮਾਤ ਵਿੱਚ ਕਰਵਾਏ ਪ੍ਰਸ਼ਨ 1 ਅਤੇ 2 ਦੀ ਅਭਿਆਸ ਕਰਨੀ ਹੈ ਅਤੇ ਪ੍ਰਸ਼ਨ ਨੰਬਰ 3 ਸਿਹਾਰੀ ਮਾਤਰਾ ਵਾਲੇ ਸ਼ਬਦਾਂ ਦੀ ਬੋਲ ਲਿਖਤ ਆਪਣੇ ਮਾਤਾ ਪਿਤਾ ਜਾਂ ਭੈਣ ਭਰਾ ਦੀ ਮਦਦ ਨਾਲ ਕਰਨੀ ਹੈ ਅਤੇ ਇਹਨਾਂ ਸ਼ਬਦਾਂ ਨੂੰ ਵੀ ਪੜ੍ਹਨ ਦਾ ਯਤਨ ਕਰਨਾ ਹੈ। ਫੇਰ ਮਿਲਾਂਗੇ। ਧੰਨਵਾਦ।
ਪਿਆਰੇ ਬੱਚਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਪਿਆਰੇ ਬੱਚਿਓ ਅੱਜ ਆਪਾਂ ਦੂਸਰੀ ਸ਼੍ਰੇਣੀ ਦਾ ਗਣਿਤ ਦੀ ਦੁਨੀਆ ਵਿਸ਼ਾ ਪੜਾਂਗੇ। ਤਾਂ ਬੱਚਿਓ ਹੁਣ ਤੱਕ ਆਪਾਂ 7 ਪੇਜ ਪੜ ਚੁੱਕੇ ਹਾਂ ਤੇ ਅੱਜ ਅੱਗੇ ਸ਼ੁਰੂ ਕਰਦੇ ਹਾਂ ਗਿਣਤਾਰੇ ਨਾਲ ਇਕਾਈ ਦਹਾਈ ਦਾ ਗਿਆਨ ਪ੍ਰਾਪਤ ਕਿਸ ਤਰ੍ਹਾਂ ਕਰਨਾ ਹੈ। ਤਾਂ ਪਿਆਰੇ ਬੱਚਿਓ ਇਹ ਆਪਣੇ ਕੋਲ ਗਿਣਤਾਰਾ ਹੈ। ਤਾਂ ਇਸ ਦੇ ਵਿੱਚ ਇੱਕ ਛੜ 1 ਰੁਪਏ ਦੇ ਨੋਟਾਂ ਲਈ ਅਤੇ ਦੂਸਰੀ ਛੜ 10 ਰੁਪਏ ਦੇ ਨੋਟਾਂ ਲਈ ਹੁੰਦੀ ਹੈ, ਜਿਨ੍ਹਾਂ ਨੂੰ ਆਪਾਂ ਇਕਾਈਆਂ ਅਤੇ ਦਹਾਈਆਂ ਕਹਿੰਦੇ ਹਾਂ। ਤੇ ਸ਼ੁਰੂ ਕਰਦੇ ਹਾਂ ਬੱਚਿਓ ਐਕਟੀਵਿਟੀ। ਪਿਆਰੇ ਬੱਚਿਓ ਆਪਾਂ ਇੱਕ ਬਰਤਨ ਵਿੱਚ ਕੁਝ ਮੋਤੀ ਲੈਣੇ ਆ ਤੇ ਮੈਂ ਇੱਕ ਸੰਖਿਆ ਬੋਲਦਾ ਹਾਂ 25 20 5 25। ਤਾਂ ਇਸ ਵਿੱਚ 5 ਇਕਾਈਆਂ ਹਨ ਤੇ ਇਸ ਲਈ ਆਪਾਂ ਇਕਾਈ ਵਾਲੀ ਛੜ ਵਿੱਚ 5 ਮੋਤੀ ਪਾਉਣੇ ਹਾਂ। 1 2 3 4 ਅਤੇ 5 ਮੋਤੀ ਇਕਾਈ ਵਾਲੀ ਛੜ ਵਿੱਚ। ਅਤੇ ਦਹਾਈ ਵਾਲੀ ਛੜ ਵਿੱਚ 20 5 25 ਲਈ 20 ਲਈ 2 ਦਹਾਈਆਂ ਹੁੰਦੀਆਂ ਨੇ ਤੇ 2 ਮੋਤੀ ਆਪਾਂ ਦਹਾਈ ਵਾਲੀ ਛੜ ਵਿੱਚ ਪਾਵਾਂਗੇ। 1 ਅਤੇ 2। ਤਾਂ ਪਿਆਰੇ ਬੱਚਿਓ 25 ਸੰਖਿਆ ਨੂੰ ਆਪਾਂ ਗਿਣਤਾਰੇ ਉੱਪਰ ਦਿਖਾ ਦਿੱਤਾ ਹੈ 2 ਦਹਾਈਆਂ ਅਤੇ 5 ਇਕਾਈਆਂ ਨਾਲ, ਉਸ ਨਾਲ ਮੋਤੀ ਪਾ ਕੇ। ਤਾਂ ਪਿਆਰੇ ਬੱਚਿਓ ਇਹ ਪੇਜ ਨੰਬਰ 9 ਦਾ ਇੱਕ ਸਵਾਲ ਮੈਂ ਤੁਹਾਨੂੰ ਸਮਝਾ ਦਿੱਤਾ ਹੈ, ਬਾਕੀ ਤੁਸੀਂ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ। ਅੱਗੇ ਚੱਲਦੇ ਹਾਂ। ਗਿਣਤਾਰੇ ਦੇ ਮੋਤੀ ਗਿਣ ਕੇ ਸੰਖਿਆ ਨੂੰ ਅੰਕਾਂ ਅਤੇ ਸ਼ਬਦਾਂ ਵਿੱਚ ਲਿਖਾਂਗੇ। ਤਾਂ ਪਿਆਰੇ ਬੱਚੇ ਗਿਣਤਾਰਾ ਹੈ। ਹੁਣ ਆਪਾਂ ਇਸ ਉੱਪਰ ਇਕਾਈਆਂ ਦਹਾਈਆਂ ਅਤੇ ਨੋਟਾਂ ਦੀ ਜਗ੍ਹਾ ਇਕਾਈਆਂ ਨੂੰ ਛੋਟਾ ਕਰਕੇ ਈੜੀ ਨੂੰ ਸਿਹਾਰੀ ਅਤੇ ਦਹਾਈਆਂ ਨੂੰ ਛੋਟਾ ਕਰਕੇ ਸਿਰਫ ਦੱਦਾ ਹੀ ਲਿਖਾਂਗੇ। ਤਾਂ ਇਕਾਈ ਵਾਲੀ ਛੜ ਵਿੱਚ ਕੁਝ ਮੋਤੀ ਪਾਉਣੇ ਆ। ਇੱਕ ਮੋਤੀ 2 3 ਅਤੇ 4 ਇਕਾਈਆਂ ਨਾਲ 4। ਦਹਾਈ ਵਾਲੀ ਛੜ ਵਿੱਚ ਕੁਝ ਮੋਤੀ ਪਾਉਂਦੇ ਹਾਂ। 1 2 ਦਹਾਈਆਂ 20 ਤੇ 3 ਮੋਤੀ ਨਾਲ 3 ਦਹਾਈਆਂ 30 ਅਤੇ 4 ਇਕਾਈਆਂ 34। ਤਾਂ ਸੰਖਿਆ ਪਿਆਰੇ ਬੱਚੇ ਆਪਣੇ ਕੋਲੇ ਬਣ ਗਈ ਹੈ 34। ਤਾਂ ਇਸ ਨੂੰ ਸ਼ਬਦਾਂ ਵਿੱਚ ਲਿਖਾਂਗੇ 34। ਤਾਂ ਬੱਚਿਓ ਇਹ ਪੇਜ ਨੰਬਰ 10 ਵਿੱਚੋਂ ਇੱਕ ਸਵਾਲ ਤੁਹਾਨੂੰ ਸਮਝਾ ਦਿੱਤਾ ਹੈ, ਬਾਕੀ ਤੁਸੀਂ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰਨੀ ਹੈ। ਤਾਂ ਮਿਲਦੇ ਹਾਂ ਬੱਚਿਓ ਅਗਲੀ ਵੀਡੀਓ ਵਿੱਚ। Hello kids, today's topic is What comes after? Well kids, I'm quite sure that you all know about 26 letters of English alphabet from A to Z. Here I have already written them for you. Now kids, you must also know their proper sequence.
you must know which letter follows the given letter. Let's do practice for it. Have a look. A is already written here. Okay. Now think which letter comes after A. For that, you must know the proper sequence of A to Z written here. You can have a clue from here. What's written after A? It's B. So, what will I do? I will place B after A like this. Now, this is how you are going to write down in your notebook. In the given blank, now you will write B. It's B that comes after A. Okay, kids? Now, the next letter is E. What comes after E? Here, have a look. It's F. F comes after E, right? So, I'm going to place F here. F comes after E. And this is how you're going to write down in your notebook. Now, come to the next letter, I. I, what comes after I? It's J. J comes after I. So, I will place J here. And in your notebook, you will write down like this. Now, the last letter written by me here is O. What comes after O? Look here, it's P. P comes after O. So, I will place P here, right? And in your notebook, you will write down like this. Now, kids, what comes after U? It's V. This is what we have done together. Now, the rest of the work you will do at your home, and I'm very sure you will do it correctly. Thank you so much. Have a nice day ahead. ਪਿਆਰੇ ਵਿਦਿਆਰਥੀਓ, ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਆਨਲਾਈਨ ਜਮਾਤ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਆਪਾਂ ਤੁਹਾਡੀ ਤੀਜੀ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਦੂਜਾ ਪਾਠ ਪੜਾਂਗੇ। ਊਠ ਕਿੱਥੇ ਗਿਆ? ਜੈਸਮੀਨ ਨੂੰ ਆਪਣੇ ਬਾਬਾ ਜੀ ਦੀ ਸੁਣਾਈ ਕਹਾਣੀ ਯਾਦ ਆ ਗਈ। ਉਹ ਖੁੱਲ੍ਹ ਕੇ ਹੱਸੀ। ਕਹਾਣੀ ਹੱਸਣ ਵਾਲੀ ਹੀ ਸੀ। ਕਹਾਣੀ ਇਸ ਤਰ੍ਹਾਂ ਸੀ। ਕਰੀਮੂ ਕੋਲ 10 ਊਠ ਸਨ। ਉਸ ਦੇ ਪਿੰਡ ਤੋਂ ਦੂਰ ਸ਼ਹਿਰ ਵਿੱਚ ਊਠਾਂ ਦੀ ਮੰਡੀ ਲੱਗਦੀ ਸੀ। ਕਰੀਮੂ ਨੇ ਆਪਣੇ ਊਠ ਉਸ ਮੰਡੀ ਵਿੱਚ ਲੈ ਕੇ ਜਾਣੇ ਸਨ। ਰਾਹ ਲੰਮਾ ਤੇ ਰੇਤਲਾ ਸੀ। ਇਸ ਲਈ ਕਰੀਮੂ ਸਵੇਰੇ ਹੀ ਊਠਾਂ ਨੂੰ ਲੈ ਤੁਰਿਆ। ਉਸਨੇ ਊਠਾਂ ਨੂੰ ਕਤਾਰ ਵਿੱਚ ਤੋਰਿਆ। ਇੱਕ ਊਠ ਦੀ ਨਕੇਲ ਉਸ ਤੋਂ ਅਗਲੇ ਊਠ ਦੀ ਮੁਹਾਰ ਨਾਲ ਬੰਨ੍ਹ ਦਿੱਤੀ। ਇਸ ਤਰ੍ਹਾਂ ਸਾਰੇ ਊਠ ਇੱਕ ਦੇ ਪਿੱਛੇ ਇੱਕ ਤੁਰਨ ਲੱਗੇ। ਸੂਰਜ ਉੱਚਾ ਹੋਇਆ, ਰੇਤਲਾ ਰਾਹ ਭਖਣ ਲੱਗਿਆ। ਊਠਾਂ ਨੂੰ ਰੇਤਲੇ ਰਾਹ ਉੱਤੇ ਤੁਰਨਾ ਔਖਾ ਨਹੀਂ ਸੀ ਲੱਗਦਾ। ਕਰੀਮੂ ਲਈ ਰੇਤ ਉੱਤੇ ਤੁਰਨਾ ਸੌਖਾ ਨਹੀਂ ਸੀ। ਉਹ ਚੱਲਦਾ ਚੱਲਦਾ ਥੱਕ ਗਿਆ ਸੀ। ਰਾਹ ਵਿੱਚ ਕੋਈ ਰੁੱਖ ਨਹੀਂ ਸੀ। ਰੇਤਲੇ ਇਲਾਕੇ ਵਿੱਚ ਰੁੱਖ ਤਾਂ ਦੂਰ ਦੂਰ ਤੱਕ ਵੀ ਨਹੀਂ ਸੀ। ਕਰੀਮੂ ਨੇ ਸੋਚਿਆ ਕਿ ਅਖੀਰਲੇ ਊਠ ਉੱਤੇ ਬੈਠਿਆ ਜਾਵੇ। ਇਸ ਤਰ੍ਹਾਂ ਨਾਲ ਅੱਗੇ ਤੁਰਦੇ ਸਾਰੇ ਊਠ ਦਿਸਦੇ ਰਹਿਣਗੇ। ਕਰੀਮੂ ਊਠ ਉੱਤੇ ਬੈਠ ਗਿਆ। ਆਰਾਮ ਨਾਲ ਬੈਠਾ ਉਹ ਕੋਈ ਗੀਤ ਗੁਣਗੁਣਾਉਣ ਲੱਗਿਆ। ਊਠਾਂ ਦੇ ਗਲਾਂ ਵਿੱਚ ਬੰਨੀਆਂ ਟੱਲੀਆਂ ਟੁਣਕ ਰਹੀਆਂ ਸਨ। ਫਿਰ ਉਹ ਪਾੜ ਵਿੱਚ ਤੁਰਦੇ ਊਠਾਂ ਨੂੰ ਵੇਖਣ ਲੱਗਿਆ।
ਉੱਚੇ ਉੱਚੇ ਊਠ ਤੇ ਨਾਲ ਉਹਨਾਂ ਦੇ ਲੰਮੇ ਲੰਮੇ ਪਰਛਾਵੇਂ ਦਿਖਾਈ ਦੇ ਰਹੇ ਸਨ। ਅਚਾਨਕ ਰੀਮੂ ਆਪਣੇ ਅੱਗੇ ਜਾਂਦੇ ਊਠਾਂ ਨੂੰ ਗਿਣਨ ਲੱਗਿਆ। 1 2 3 8 9 ਹੈ ਇਹ ਕੀ? ਊਠ ਤਾਂ 10 ਸਨ, 9 ਕਿਵੇਂ ਰਹਿ ਗਏ? ਕਰੀਮੂ ਘਾਬਰ ਕੇ ਹੇਠਾਂ ਉਤਰਿਆ। ਫਿਰ ਉਹ ਊਠਾਂ ਨੂੰ ਗਿਣਨ ਲੱਗਾ। ਊਠ 10 ਹੀ ਨਿਕਲੇ। ਉਸ ਨੂੰ ਸ਼ਾਇਦ ਭੁਲੇਖਾ ਲੱਗ ਗਿਆ ਸੀ। ਇਸ ਪਿੱਛੋਂ ਉਹ ਮੁੜ ਊਠ ਉੱਤੇ ਜਾ ਬੈਠਿਆ। ਉਸਨੇ ਊਠ ਉੱਤੇ ਬੈਠਦਿਆਂ ਹੀ ਊਠਾਂ ਨੂੰ ਫਿਰ ਤੋਂ ਗਿਣਨਾ ਸ਼ੁਰੂ ਕਰ ਦਿੱਤਾ। 1 2 3 4 8 9 ਹਾਏ ਊਠ ਤਾਂ ਫਿਰ 9 ਹੀ ਰਹਿ ਗਏ। ਇੱਕ ਊਠ ਕਿੱਥੇ ਗਿਆ? ਕਰੀਮੂ ਬੇਚੈਨ ਹੋ ਗਿਆ। ਉਹ ਛਾਲ ਮਾਰ ਕੇ ਹੇਠਾਂ ਉਤਰਿਆ। ਉਸਨੇ ਸਾਰੇ ਊਠ ਖੜਾ ਲਏ। ਫਿਰ ਹਰੇਕ ਨੂੰ ਹੱਥ ਲਾ ਲਾ ਕੇ ਗਿਣਨ ਲੱਗਿਆ। ਉਸਨੇ ਸੁੱਖ ਦਾ ਸਾਹ ਲਿਆ। ਊਠ 10 ਹੀ ਸਨ। ਇਸ ਪਿੱਛੋਂ ਕਰੀਮੂ ਊਠ ਉੱਤੇ ਨਾ ਬੈਠਿਆ। ਊਠ ਉੱਤੇ ਬੈਠਣ ਨਾਲ ਇੱਕ ਊਠ ਘਟ ਜਾਂਦਾ ਹੈ। ਐਨਾ ਮਹਿੰਗਾ ਊਠ? ਨਾ ਬਾਬਾ ਨਾ, ਮੈਂ ਤਾਂ ਔਖਾ ਸੌਖਾ ਪੈਦਲ ਹੀ ਚੱਲਾਂਗਾ। ਜਦੋਂ ਵੀ ਬਾਬਾ ਜੀ ਇਹ ਕਹਾਣੀ ਸੁਣਾਉਂਦੇ ਤਾਂ ਅਸੀਂ ਖੂਬ ਹੱਸਦੇ। ਸੋ ਬੱਚਿਓ, ਹੁਣ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਇਹ ਕਹਾਣੀ ਖੁਦ ਪੜ੍ਹਨ ਦੀ ਕੋਸ਼ਿਸ਼ ਕਰੋ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਆਪਾਂ ਗਣਿਤ ਵਿਸ਼ਾ ਕਰਾਂਗੇ। ਪਿਆਰੇ ਬੱਚਿਓ, ਅੱਜ ਆਪਾਂ ਘਰ ਦੇ ਵਿੱਚ ਪਈਆਂ ਹੋਈਆਂ ਵੱਖ-ਵੱਖ ਵਸਤੂਆਂ ਨੂੰ ਇਕੱਠਾ ਕਰਾਂਗੇ। ਫਿਰ ਉਹਨਾਂ ਵਸਤੂਆਂ 'ਚੋਂ ਸਭ ਤੋਂ ਵੱਧ ਮੁੱਲ ਦੇਖਾਂਗੇ। ਫਿਰ ਸਭ ਤੋਂ ਘੱਟ ਮੁੱਲ ਕਿਸ ਦਾ ਹੈ। ਫਿਰ ਉਹਨਾਂ ਵਸਤੂਆਂ ਨੂੰ ਵੱਧਦਾ ਕ੍ਰਮ ਤੇ ਘਟਦਾ ਕ੍ਰਮ ਅਨੁਸਾਰ ਲਗਾਉਣਾ ਸਿੱਖਾਂਗੇ। ਦੇਖੋ ਬੱਚਿਓ, ਇਹ ਹੈ ਤੇਲ ਦੀ ਸ਼ੀਸ਼ੀ। ਇਸ ਦੀ ਕੀਮਤ ਹੈ 45 ਰੁਪਏ। ਜਦੋਂ ਅਸੀਂ ਇਸ ਨੂੰ ਖਰੀਦਿਆ ਤਾਂ ਅਸੀਂ 10 ਦੇ 4 ਨੋਟ ਖਰਚ ਕੀਤੇ ਤੇ 1 ਰੁਪਏ ਦੇ 5 ਨੋਟ ਖਰਚ ਕੀਤੇ। 40 5 45। ਦੇਖੋ ਬੱਚਿਓ, ਇਹ ਹੈ ਮਾਚਿਸ ਦੀਆਂ ਡੱਬੀਆਂ ਦਾ ਪੈਕੇਟ। ਇਸ ਦੀ ਕੀਮਤ ਹੈ 20 ਰੁਪਏ। ਜਦੋਂ ਅਸੀਂ ਇਸ ਨੂੰ ਖਰੀਦਿਆ ਤਾਂ ਅਸੀਂ 10 ਦੇ 2 ਨੋਟ ਦਿੱਤੇ, 20 ਰੁਪਏ। ਇਹ ਹੈ ਕਰੀਮ ਦੀ ਸ਼ੀਸ਼ੀ। ਇਸ ਦੀ ਕੀਮਤ ਹੈ 95 ਰੁਪਏ। ਜਦੋਂ ਅਸੀਂ ਇਸ ਨੂੰ ਖਰੀਦਿਆ ਤਾਂ ਅਸੀਂ 10 ਦੇ 9 ਨੋਟ ਖਰਚ ਕੀਤੇ ਤੇ 1 ਰੁਪਏ ਦੇ 5 ਨੋਟ ਖਰਚ ਕੀਤੇ। ਕੀਮਤ 90 5 95। ਇਹ ਹੈ ਸਾਬਣ। ਇਸ ਦੀ ਕੀਮਤ 60 ਰੁਪਏ। ਜਦੋਂ ਅਸੀਂ ਇਸ ਨੂੰ ਖਰੀਦਿਆ ਤਾਂ ਅਸੀਂ 10 ਦੇ 6 ਨੋਟ ਖਰਚ ਕੀਤੇ, 60 ਰੁਪਏ। ਦੇਖੋ ਬੱਚਿਓ, ਹੁਣ ਆਪਾਂ ਇਹਨਾਂ ਸਾਰੀਆਂ ਵਸਤੂਆਂ ਵਿੱਚੋਂ ਦੇਖਾਂਗੇ ਕਿਹੜੀ ਸਭ ਤੋਂ ਮਹਿੰਗੀ ਹੈ। ਪਿਆਰੇ ਬੱਚਿਓ, ਜਿਸ ਵਸਤੂ ਨੂੰ ਖਰੀਦਣ ਦੇ ਲਈ ਅਸੀਂ ਸਭ ਤੋਂ ਵੱਧ 10 ਰੁਪਏ ਦੇ ਨੋਟ ਦਿੱਤੇ ਹੋਣਗੇ, ਉਹ ਸਭ ਤੋਂ ਮਹਿੰਗੀ ਵਸਤੂ ਹੈ। ਦੇਖੋ ਸਾਰੇ ਬੱਚੇ, ਸਭ ਤੋਂ ਵੱਧ ਨੋਟ 10 ਰੁਪਏ ਦੇ ਕਿਸ ਵਸਤੂ ਨੂੰ ਖਰੀਦਣ ਲਈ ਖਰਚ ਹੋਏ? ਉਹ ਹੈ ਕਰੀਮ ਦੀ ਸ਼ੀਸ਼ੀ। ਇਸ ਨੂੰ ਖਰੀਦਣ ਦੇ ਲਈ 10 ਰੁਪਏ ਦੇ ਨੋਟ ਸਭ ਤੋਂ ਵੱਧ ਖਰਚ ਹੋਏ ਨੇ ਬਾਕੀ ਸਾਰੀਆਂ ਵਸਤੂਆਂ ਦੇ ਮੁਕਾਬਲੇ। ਇਸ ਲਈ ਇਹ ਸਭ ਤੋਂ ਮਹਿੰਗੀ। ਹੁਣ ਦੇਖੋ, ਅਸੀਂ ਇਹ ਦੇਖਾਂਗੇ ਸਭ ਤੋਂ ਘੱਟ ਮੁੱਲ ਕਿਸ ਦਾ ਹੈ। ਇਸ ਨੂੰ ਦੇਖਣ ਦੇ ਲਈ ਅਸੀਂ ਇਹ ਦੇਖਾਂਗੇ ਕਿ 10 ਰੁਪਏ ਦੇ ਨੋਟ ਸਭ ਤੋਂ ਘੱਟ ਕਿਸ ਵਸਤੂ ਨੂੰ ਖਰੀਦਣ ਲਈ ਖਰਚ ਹੋਏ। ਦੇਖੋ ਸਾਰੇ ਬੱਚੇ, ਮਾਚਿਸ ਦੀਆਂ ਡੱਬੀਆਂ ਨੂੰ ਖਰੀਦਣ ਦੇ ਲਈ 10 ਦੇ 2 ਨੋਟ ਖਰਚ ਹੋਏ, ਜੋ ਕਿ ਬਾਕੀ ਸਾਰੀ ਵਸਤੂਆਂ ਦੇ ਵਿੱਚੋਂ 10 ਰੁਪਏ ਦੇ ਨੋਟਾਂ ਨਾਲੋਂ ਘੱਟ ਹਨ। ਇਸ ਲਈ ਮਾਚਿਸ ਦੀਆਂ ਡੱਬੀਆਂ ਦਾ ਜਿਹੜਾ ਪੈਕੇਟ ਹੈ ਉਹ ਸਸਤਾ ਹੈ। ਹੁਣ ਪਿਆਰੇ ਬੱਚਿਓ, ਆਪਾਂ ਇਹਨਾਂ ਨੂੰ ਵੱਧਦੇ ਕ੍ਰਮ ਦੇ ਵਿੱਚ ਰੱਖਾਂਗੇ। ਬੱਚਿਓ, ਵੱਧਦੇ ਕ੍ਰਮ ਦੇ ਵਿੱਚ ਵਸਤੂਆਂ ਨੂੰ ਰੱਖਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਘੱਟ ਕੀਮਤ ਵਾਲੀ ਵਸਤੂ ਨੂੰ ਦੇਖਾਂਗੇ। ਹਾਂਜੀ, ਘੱਟ ਕੀਮਤ ਕਿਸ ਦੀ ਹੈ? ਮਾਚਿਸ ਦੀਆਂ ਡੱਬੀਆਂ ਦਾ ਮੁੱਲ ਸਭ ਤੋਂ ਘੱਟ ਹੈ। ਇਸ ਕਰਕੇ ਇਸ ਨੂੰ ਅਸੀਂ ਪਹਿਲੇ ਸਥਾਨ ਤੇ ਰੱਖਾਂਗੇ, ਜਿਸ ਦੀ ਕੀਮਤ 20 ਰੁਪਏ। ਹੁਣ ਦੇਖੋ ਪਿਆਰੇ ਬੱਚਿਓ, ਇਹਨਾਂ ਤਿੰਨਾਂ ਵਸਤੂਆਂ ਦਾ ਮੁੱਲ ਸਭ ਤੋਂ ਘੱਟ ਕਿਸ ਦਾ ਹੈ? ਦੇਖੋ ਸਾਰੇ ਬੱਚੇ, ਤੇਲ ਦੀ ਸ਼ੀਸ਼ੀ ਦਾ ਮੁੱਲ ਬਾਕੀ ਦੋਨਾਂ ਵਸਤੂਆਂ ਦੇ ਨਾਲੋਂ ਘੱਟ ਹੈ। ਇਸ ਕਰਕੇ ਇਸ ਨੂੰ ਅਸੀਂ ਦੂਸਰੇ ਸਥਾਨ ਤੇ ਰੱਖਾਂਗੇ, ਜਿਸ ਦੀ ਕੀਮਤ 45 ਰੁਪਏ।
ਇਹਨਾਂ ਦੋਨਾਂ ਵਸਤੂਆਂ 'ਚ ਦੇਖੋ ਸਭ ਤੋਂ ਘੱਟ ਮੁੱਲ ਕਿਸ ਵਸਤੂ ਦਾ ਹੈ? ਹਾਂਜੀ ਬੱਚਿਓ, 60 ਰੁਪਏ ਦੀ ਵਸਤੂ ਨੂੰ ਖਰੀਦਣ ਦੇ ਲਈ 10 ਦੇ ਘੱਟ ਨੋਟ ਖਰਚ ਹੋਏ ਨੇ। ਇਸ ਕਰਕੇ ਇਹ ਵਸਤੂ ਸਸਤੀ ਹੈ। ਇਸ ਨੂੰ ਅਸੀਂ ਤੀਸਰੇ ਸਥਾਨ ਤੇ ਰੱਖਾਂਗੇ। ਇਸ ਦਾ ਮੁੱਲ 60 ਰੁਪਏ। ਹੁਣ ਬੱਚਿਓ, ਸਭ ਤੋਂ ਮਹਿੰਗੀ ਵਸਤੂ ਕਰੀਮ ਦੀ ਸ਼ੀਸ਼ੀ, ਜਿਸ ਦੀ ਕੀਮਤ 95 ਰੁਪਏ। ਇਹ ਹੋ ਗਿਆ ਸਾਡੇ ਕੋਲ ਵਸਤੂਆਂ ਨੂੰ ਵਾਧੇ ਕ੍ਰਮ ਦੇ ਵਿੱਚ ਰੱਖਣਾ। ਹੁਣ ਬੱਚਿਓ, ਆਪਾਂ ਵਸਤੂਆਂ ਦੇ ਮੁੱਲ ਨੂੰ ਵਾਧੇ ਕ੍ਰਮ ਅਨੁਸਾਰ ਰੱਖਾਂਗੇ। ਸਭ ਤੋਂ ਪਹਿਲਾਂ ਮਾਚਿਸ ਦੀਆਂ ਡੱਬੀਆਂ ਦੀ ਕੀਮਤ 20 ਰੁਪਏ। ਉਸ ਤੋਂ ਬਾਅਦ ਤੇਲ ਦੀ ਸ਼ੀਸ਼ੀ ਦੀ ਕੀਮਤ 45 ਰੁਪਏ। ਉਸ ਤੋਂ ਬਾਅਦ ਅਸੀਂ ਕੀ ਦੇਖਿਆ ਸੀ? ਸਾਬਣ ਦੀ ਕੀਮਤ 60 ਰੁਪਏ ਤੇ ਸਭ ਤੋਂ ਅਖੀਰ ਤੇ ਕਰੀਮ ਦੀ ਸ਼ੀਸ਼ੀ ਦੀ ਕੀਮਤ 95 ਰੁਪਏ। ਪਿਆਰੇ ਬੱਚਿਓ, ਜਦੋਂ ਛੋਟੀ ਸੰਖਿਆ ਫਿਰ ਵੱਡੀ ਆਈ ਜਾਏ, ਇਹੀ ਕ੍ਰਮ ਵਾਧਾ ਕ੍ਰਮ ਅਖਵਾਏ। ਦੇਖੋ ਬੱਚਿਓ, ਹੁਣ ਆਪਾਂ ਇਹਨਾਂ ਨੂੰ ਘਟਦੇ ਕ੍ਰਮ ਦੇ ਵਿੱਚ ਰੱਖਾਂਗੇ। ਘਟਦੇ ਕ੍ਰਮ ਦੇ ਵਿੱਚ ਰੱਖਣ ਲਈ ਅਸੀਂ ਸਭ ਤੋਂ ਪਹਿਲਾਂ ਮਹਿੰਗੀ ਵਸਤੂ ਨੂੰ ਦੇਖਾਂਗੇ। ਸਭ ਤੋਂ ਵੱਧ ਮੁੱਲ ਕਿਸ ਵਸਤੂ ਦਾ ਹੈ? ਕਰੀਮ ਦੀ ਸ਼ੀਸ਼ੀ ਦਾ ਸਭ ਤੋਂ ਵੱਧ ਮੁੱਲ ਹੈ। ਇਸ ਨੂੰ ਅਸੀਂ ਰੱਖਾਂਗੇ ਪਹਿਲੇ ਸਥਾਨ ਤੇ। ਇਸ ਦੀ ਕੀਮਤ ਹੈ 95 ਰੁਪਏ। ਹੁਣ ਦੇਖੋ ਬੱਚਿਓ, ਇਹਨਾਂ ਤਿੰਨਾਂ ਵਸਤੂਆਂ ਦੇ ਵਿੱਚੋਂ ਸਭ ਤੋਂ ਵੱਧ ਮੁੱਲ ਕਿਸ ਦਾ ਹੈ? ਹਾਂਜੀ, 60 ਰੁਪਏ ਦਾ ਜਿਹੜਾ ਸਾਬਣ ਹੈ ਉਹ ਮਹਿੰਗਾ ਹੈ। ਇਸ ਲਈ ਅਸੀਂ ਇਸ ਨੂੰ ਦੂਸਰੇ ਸਥਾਨ ਤੇ ਰੱਖਾਂਗੇ, ਜਿਸ ਦੀ ਕੀਮਤ ਹੈ 60 ਰੁਪਏ। ਹੁਣ ਦੇਖੋ, ਇਹਨਾਂ ਦੋਨਾਂ ਦੇ ਵਿੱਚੋਂ ਸਭ ਤੋਂ ਵੱਧ ਮੁੱਲ ਕਿਸ ਦਾ ਹੈ? ਹਾਂਜੀ, ਇਹਨਾਂ ਦੋਨਾਂ ਦੇ ਵਿੱਚੋਂ 45 ਰੁਪਏ ਵਾਲੀ ਵਸਤੂ ਦਾ ਮੁੱਲ ਜ਼ਿਆਦਾ ਹੈ। ਇਸ ਲਈ ਅਸੀਂ ਇਸ ਨੂੰ ਤੀਜੇ ਸਥਾਨ ਤੇ ਰੱਖਾਂਗੇ। ਹੁਣ ਦੇਖੋ, ਸਭ ਤੋਂ ਸਸਤੀ ਵਸਤੂ ਕਿਹੜੀ ਹੈ? 20 ਰੁਪਏ ਦੀ ਮਾਚਿਸ ਦੀਆਂ ਡੱਬੀਆਂ ਦਾ ਪੈਕੇਟ। ਇਸ ਦੀ ਕੀਮਤ 20 ਰੁਪਏ। ਬੱਚਿਓ, ਹੁਣ ਆਪਾਂ ਵਸਤੂਆਂ ਦੇ ਮੁੱਲ ਨੂੰ ਘਟਦਾ ਕ੍ਰਮ ਅਨੁਸਾਰ ਰੱਖਾਂਗੇ। ਸਭ ਤੋਂ ਪਹਿਲਾਂ ਕਰੀਮ ਦੀ ਸ਼ੀਸ਼ੀ, ਜਿਸ ਦੀ ਕੀਮਤ 95 ਰੁਪਏ। ਉਸ ਤੋਂ ਬਾਅਦ ਸਾਬਣ, ਜਿਸ ਦੀ ਕੀਮਤ 60 ਰੁਪਏ। ਉਸ ਤੋਂ ਬਾਅਦ ਅਸੀਂ ਰੱਖਿਆ ਸੀ ਤੇਲ ਦੀ ਸ਼ੀਸ਼ੀ ਨੂੰ, ਜਿਸ ਦੀ ਕੀਮਤ 45 ਰੁਪਏ ਤੇ ਸਭ ਤੋਂ ਘੱਟ ਕੀਮਤ 20 ਰੁਪਏ। ਪਿਆਰੇ ਬੱਚਿਓ, ਜਦੋਂ ਵੱਡੀ ਸੰਖਿਆ ਫਿਰ ਛੋਟੀ ਆਈ ਜਾਏ, ਇਹੀ ਕ੍ਰਮ ਘਟਦਾ ਕ੍ਰਮ ਅਖਵਾਏ। ਪਿਆਰੇ ਬੱਚਿਓ, ਤੁਸੀਂ ਘਰ ਦੇ ਵਿੱਚ 1 ਰੁਪਏ ਦੇ ਤੇ 10 ਰੁਪਏ ਦੇ ਇਸ ਤਰ੍ਹਾਂ ਦੇ ਨਕਲੀ ਨੋਟ ਵੀ ਬਣਾ ਸਕਦੇ ਹੋ ਤੇ ਘਰ ਦੇ ਵਿੱਚ ਪਈਆਂ ਹੋਈਆਂ ਵਸਤੂਆਂ ਨੂੰ ਦੇਖਣਾ ਹੈ ਤੇ ਉਹਨਾਂ ਦੇ ਮੁੱਲ ਦੇ ਅਨੁਸਾਰ ਉਹਨਾਂ ਨੂੰ ਘਟਦੇ ਤੇ ਵਾਧੇ ਕ੍ਰਮ ਦੇ ਅਨੁਸਾਰ ਰੱਖਣਾ ਹੈ। ਆਪਾਂ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। Hello kids, which lesson were we doing? Which lesson? Good. Me and my family. And today we will learn about Ravi's uncle. Yes, here is Ravi and he is Ravi's uncle. Ravi is saying he is my uncle. Okay? Yes. So very first sentence is he is my uncle. U-N-C-L-E. Uncle. Okay? Second one. He is 30. H-I-R 30. Y-T. 30. He is 38 years old. Yes. He is 38 years old. And Ravi's father is 40 years old. You all know very well. So, he is 2 years younger than Ravi's father. ये रवि दे फादर नालों 2 साल younger हैं, छोटे हैं. So, he is Ravi's Chacha ji, not Taya ji. Okay? He is Ravi's Chacha ji, Ravi's uncle. Good. He is a pilot. Yes, he is a P-I-L-O-T, pilot. Okay? He is a pilot. Pilot is one who flies the aeroplane. Okay? Who flies the aeroplane. Yes, he is a pilot. Good. Next one. He is
F-O-N-D, fond of. Fond of, शौकीन. He is fond of music. Okay? He is fond of music. Okay? Understand? He is fond of music. Yes. Now we will do an activity. He is. All the sentences begin with he is. Yes. And here are some words. Yes. Beta, full stop always comes at the end of the sentence. Okay? Yes, so we will put full stop here. Here is a full stop. Okay, and yes, here is a full stop. We will put it here. Yes. ये तीन अपने कोले बचे हैं. Okay, we will arrange them here. Yes, okay. He is a pilot. It is already complete. He is a pilot. He is years old. Yes, he is. Good. 38 years old. He is 38 years old. Very good. He is my uncle. Good. He is my uncle. Very good. He is music. He is fond of music. Very good. He is a pilot. Good. Promise me that you will learn all the sentences again and again by yourself. Okay? ਤੁਸੀਂ ਆਪਣੇ ਆਪ ਦੁਬਾਰਾ ਇਹਨਾਂ sentences ਨੂੰ learn ਕਰਨਾ ਹੈ. Okay? Have a nice day. Bye bye. ਪਿਆਰੇ ਬੱਚਿਓ, ਅੱਜ ਅਸੀਂ ਜਮਾਤ ਤੀਜੀ ਦੇ ਵਿਦਿਆਰਥੀਆਂ ਲਈ ਵਾਤਾਵਰਣ ਸਿੱਖਿਆ ਨਾਲ ਸੰਬੰਧਿਤ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਆਏ ਹਾਂ। ਤਾਂ ਚਲੋ ਆਓ ਬੱਚਿਓ, ਉਹ ਕਹਾਣੀ ਸੁਣਦੇ ਹਾਂ। ਪਿਤਾ ਜੀ, ਇਹ ਤਸਵੀਰ ਕਿਸ ਦੀ ਹੈ? ਇਹ ਮੇਰੇ ਪਿਤਾ ਜੀ ਦੀ ਤਸਵੀਰ ਹੈ। ਤੁਹਾਡੇ ਪਿਤਾ ਜੀ, ਜਾਨੀ ਮੇਰੇ ਦਾਦਾ ਜੀ? ਹਾਂ ਬੇਟਾ। ਪਰ ਦਾਦਾ ਜੀ ਤਾਂ ਬਹੁਤ ਕਮਜ਼ੋਰ ਹਨ। ਉਹ ਤਾਂ ਤੁਰਦੇ ਵੀ ਸੋਟੀ ਨਾਲ ਹਨ। ਇਹ ਤਾਂ ਬਹੁਤ ਤਕੜਾ ਆਦਮੀ ਜਾਪਦਾ ਹੈ। ਬੇਟੇ, ਉਹ ਆਪਣੀ ਜਵਾਨੀ ਸਮੇਂ ਬਹੁਤ ਤਕੜੇ ਸਨ। ਹੁਣ ਉਹ ਬੁੱਢੇ ਹੋ ਗਏ ਹਨ। ਤੁਸੀਂ ਵੀ ਬੁੱਢੇ ਹੋ ਜਾਵੋਗੇ? ਹਾਂ ਬੇਟਾ, ਮੈਂ ਹੀ ਨਹੀਂ, ਤੇਰੀ ਮਾਤਾ ਵੀ ਸਮੇਂ ਨਾਲ ਬੁੱਢੀ ਹੋ ਜਾਵੇਗੀ, ਪਰ ਤਦ ਤੱਕ ਤੂੰ ਜਵਾਨ ਹੋ ਜਾਵੇਂਗਾ। ਰਾਜੂ ਦਾ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਹੈ। ਘਰ ਵਿੱਚ ਅਖਬਾਰ ਆਉਂਦਾ ਹੈ, ਪਰੰਤੂ ਦਾਦਾ ਜੀ ਦੀ ਨਿਗਾਹ ਕਮਜ਼ੋਰ ਹੋਣ ਕਰਕੇ ਉਹ ਅਖਬਾਰ ਨਹੀਂ ਪੜ੍ਹ ਸਕਦੇ। ਇਸ ਲਈ ਰਾਜੂ ਉਹਨਾਂ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ ਹੈ। ਜਦੋਂ ਦਾਦਾ ਜੀ ਨੂੰ ਪਿਆਸ ਲੱਗਦੀ ਹੈ ਤਾਂ ਰਾਜੂ ਦੌੜ ਕੇ ਉਹਨਾਂ ਲਈ ਪਾਣੀ ਲੈ ਕੇ ਆਉਂਦਾ ਹੈ। ਦਾਦਾ ਜੀ ਵੀ ਰਾਜੂ ਨੂੰ ਬਹੁਤ ਪਿਆਰ ਕਰਦੇ ਹਨ। ਰਾਜੂ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਉਸ ਨੂੰ ਬਹੁਤ ਦੁੱਖ ਹੈ ਕਿ ਉਹ ਹੁਣ ਇੰਨੇ ਕਮਜ਼ੋਰ ਹੋ ਗਏ ਹਨ ਅਤੇ ਉਹਨਾਂ ਨੂੰ ਦਿਸਣ ਵੀ ਘੱਟ ਲੱਗ ਪਿਆ ਹੈ। ਦਾਦਾ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਦਾ ਫਿਕਰ ਨਹੀਂ, ਕਿਉਂਕਿ ਰਾਜੂ ਅਤੇ ਉਸਦੇ ਮਾਤਾ-ਪਿਤਾ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕਰਦੇ ਹਨ। ਕੁਝ ਲੋਕ ਨਜ਼ਰ ਤੋਂ ਬਿਨਾਂ ਵੀ ਪੜ੍ਹ ਲੈਂਦੇ ਹਨ। ਛੁੱਟੀਆਂ ਵਿੱਚ ਇੱਕ ਦਿਨ ਸੋਨੂ ਅਤੇ ਉਸਦੇ ਦੋਸਤ ਬੜਾ ਰੌਲਾ ਪਾ ਰਹੇ ਸਨ। ਉਸਦੇ ਚਾਚੇ ਨੇ ਆ ਕੇ ਪੁੱਛਿਆ, ਤੁਸੀਂ ਕਿਸ ਗੱਲ ਤੋਂ ਇੰਨਾ ਸ਼ੋਰ ਕਰ ਰਹੇ ਹੋ? ਚਾਚਾ ਜੀ, ਅੱਜ ਮਨੋਜ ਬੜੇ ਗੱਪ ਮਾਰੀ ਜਾਂਦਾ ਹੈ। ਕੀ ਗੱਪ ਮਾਰ ਰਿਹਾ ਹੈ? ਇਹ ਕਹਿੰਦਾ ਹੈ ਕਿ ਇੱਕ ਮੁੰਡੇ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ, ਉਹ ਫਿਰ ਵੀ ਕਿਤਾਬਾਂ ਪੜ੍ਹ ਲੈਂਦਾ ਹੈ। ਇਉਂ ਕਿਵੇਂ ਹੋ ਸਕਦਾ ਹੈ? ਚਾਚਾ ਜੀ, ਅਸੀਂ ਇਸ ਨੂੰ ਕਿਹਾ ਹੈ ਕਿ ਅਸੀਂ ਇਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੇ ਹਾਂ, ਫਿਰ ਇਹ ਪੜ੍ਹ ਕੇ ਵਿਖਾਵੇ। ਹਾਂ ਬਈ ਮਨੋਜ, ਕੌਣ ਪੜ੍ਹਦਾ ਹੈ? ਤੈਨੂੰ ਕਿਸ ਨੇ ਦੱਸਿਆ ਹੈ? ਜੀ, ਮੈਂ ਛੁੱਟੀਆਂ ਵਿੱਚ ਆਪਣੀ ਭੂਆ ਕੋਲ ਗਿਆ ਸੀ। ਉਹਨਾਂ ਦੇ ਗੁਆਂਢ ਵਿੱਚ ਇੱਕ ਲੜਕਾ ਸੀ। ਉਸਨੂੰ ਦਿਸਦਾ ਨਹੀਂ ਸੀ, ਪਰ ਉਹ ਕਿਤਾਬ ਪੜ੍ਹ ਲੈਂਦਾ ਸੀ। ਉਸ ਦੀਆਂ ਕਿਤਾਬਾਂ ਕੀ ਤੁਹਾਡੀਆਂ ਕਿਤਾਬਾਂ ਵਰਗੀਆਂ ਸਨ? ਨਹੀਂ ਜੀ, ਉਸ ਦੀਆਂ ਕਿਤਾਬਾਂ ਬਹੁਤ ਮੋਟੀਆਂ ਸਨ। ਉਹਨਾਂ ਦੇ ਪੰਨਿਆਂ ਉੱਤੇ ਬਿੰਦੀਆਂ ਜਿਹੀਆਂ ਉੱਭਰੀਆਂ ਹੋਈਆਂ ਸਨ। ਹਾਂ ਬੱਚਿਓ,
ਮਨੋਜ ਠੀਕ ਕਹਿ ਰਿਹਾ ਹੈ। ਜੋ ਵਿਅਕਤੀ ਵੇਖ ਨਹੀਂ ਸਕਦੇ ਉਹ ਵੀ ਪੜ੍ਹ ਸਕਦੇ ਹਨ, ਪਰ ਉਹਨਾਂ ਦੇ ਪੜ੍ਹਨ ਦੀਆਂ ਵਿਸ਼ੇਸ਼ ਪੁਸਤਕਾਂ ਹੁੰਦੀਆਂ ਹਨ। ਇਨ੍ਹਾਂ ਪੁਸਤਕਾਂ ਦੇ ਅੱਖਰ ਉਹਨਾਂ ਨੂੰ ਕਿਵੇਂ ਦਿਖ ਜਾਂਦੇ ਹਨ? ਇਹਨਾਂ ਦੇ ਅੱਖਰ ਉਹਨਾਂ ਨੂੰ ਦਿਸਦੇ ਨਹੀਂ, ਬਲਕਿ ਉਹ ਉਂਗਲਾਂ ਦੇ ਪੋਟਿਆਂ ਨਾਲ ਛੂਹ ਕੇ ਮਹਿਸੂਸ ਕਰਦੇ ਹਨ। ਆਓ ਬ੍ਰੇਲ ਲਿਪੀ ਬਾਰੇ ਜਾਣੀਏ। ਬੱਚੋ, ਲੂਈ ਬ੍ਰੇਲ ਨਾਂ ਦਾ ਇੱਕ ਲੜਕਾ ਸੀ। ਉਸ ਦੀ ਅੱਖ ਵਿੱਚ ਕੋਈ ਤਿੱਖੀ ਚੀਜ਼ ਵੱਜ ਗਈ, ਜਿਸ ਨਾਲ ਉਸ ਦੀਆਂ ਦੋਨਾਂ ਅੱਖਾਂ ਦੀ ਨਿਗਾਹ ਖਤਮ ਹੋ ਗਈ। ਪਰ ਉਸ ਨੂੰ ਪੜ੍ਹਨ ਦਾ ਬੜਾ ਸ਼ੌਂਕ ਸੀ। ਉਸ ਨੇ ਸੋਚਿਆ ਕਿ ਜਦੋਂ ਹੋਰ ਵਸਤਾਂ ਨੂੰ ਛੋਹ ਕੇ ਪਛਾਣ ਸਕਦਾ ਹੈ ਤਾਂ ਅੱਖਰਾਂ ਨੂੰ ਕਿਉਂ ਨਹੀਂ। ਸੋ ਉਸਨੇ ਮੋਟੇ ਕਾਗਜ਼ ਉੱਤੇ ਸੂਆ ਖਵੋ ਖਵੋ ਕੇ ਹਰ ਅੱਖਰ ਲਈ ਵੱਖ-ਵੱਖ ਬਿੰਦੀਆਂ ਬਣਾਈਆਂ। ਇਨ੍ਹਾਂ ਉੱਭਰੀਆਂ ਹੋਈਆਂ ਬਿੰਦੀਆਂ ਉੱਪਰ ਉਂਗਲਾਂ ਦੇ ਪੋਟੇ ਫੇਰ ਕੇ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਥੋੜੀ ਜਿਹੀ ਪ੍ਰੈਕਟਿਸ ਨਾਲ ਅੱਖਰਾਂ ਦੀ ਪਛਾਣ ਆਉਣ ਲੱਗ ਜਾਂਦੀ ਹੈ ਅਤੇ ਇਨ੍ਹਾਂ ਕਿਤਾਬਾਂ ਨੂੰ ਪੜ੍ਹਿਆ ਵੀ ਜਾ ਸਕਦਾ ਹੈ। ਇਸ ਤਰ੍ਹਾਂ ਛੂਹ ਕੇ ਪੜ੍ਹੀ ਜਾਣ ਵਾਲੀ ਲਿਪੀ ਨੂੰ ਬ੍ਰੇਲ ਲਿਪੀ ਕਿਹਾ ਜਾਂਦਾ ਹੈ। ਘਰ ਦਾ ਕੰਮ। ਆਪਣੀ ਕਿਤਾਬ ਵਿੱਚੋਂ ਪਾਠ ਦਾਦਾ ਜੀ ਜਦੋਂ ਜਵਾਨ ਸਨ ਪੜ੍ਹੋ। जमात चौथी विषय पंजाबी। प्यारे बच्चों, आओ देखिए निक्की जिंद वड्डी सोच कहानी पाठ 2 ਦਾ कंटेंट। ਬਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ। ਗੁਰਮੇਲ ਸਿੰਘ ਧੁੱਪੇ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਕੋਲ ਹੀ ਕੁਝ ਕਿਤਾਬਾਂ ਵੀ ਪਈਆਂ ਸਨ। ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਤਸਵੀਰਾਂ ਵਾਹ ਰਹੀ ਸੀ। ਜਸ਼ਨ ਟੈਲੀਵਿਜ਼ਨ ਮੂਹਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ। ਜਦੋਂ ਗੁਰਮੇਲ ਸਿੰਘ ਸੈਰ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਹੀ ਆਵਾਜ਼ ਮਾਰਦਿਆਂ ਕਿਹਾ, ਪਾਪਾ ਸੈਰ ਕਰਨ ਚੱਲੇ ਹੋ? ਮੈਂ ਅੱਜ ਤੁਹਾਡੇ ਨਾਲ ਸੈਰ ਕਰਨ ਜਾਵਾਂਗਾ। ਕੀ ਗੱਲ, ਅੱਜ ਤੂੰ ਟਿਊਸ਼ਨ ਤੇ ਨਹੀਂ ਜਾਣਾ? ਨਹੀਂ ਪਾਪਾ, ਅੱਜ ਸਾਨੂੰ ਟਿਊਸ਼ਨ ਤੋਂ ਛੁੱਟੀ ਹੈ। ਅੱਜ ਸਾਡੀ ਮੈਡਮ ਕਿਤੇ ਰਿਸ਼ਤੇਦਾਰੀ 'ਚ ਗਏ ਹੋਏ ਹਨ। ਹਾਂ ਹਾਂ ਪਾਪਾ, ਲੈ ਜਾਓ ਇਹਨੂੰ ਆਪਣੇ ਨਾਲ। ਸਵੇਰ ਦਾ ਬੈਠਾ ਹੈ ਟੈਲੀਵਿਜ਼ਨ ਮੂਹਰੇ, ਪਤਾ ਨਹੀਂ ਕੀ ਕੱਢੀ ਜਾਂਦਾ ਕਾਰਟੂਨ ਚੈਨਲ ਚੋਂ। ਪਰ ਬੇਟਾ, ਮੈਂ ਬਹੁਤ ਦੂਰ ਤੱਕ ਜਾਣਾ, ਥੱਕ ਜਾਵੇਗਾ ਇਹ। ਨਹੀਂ ਪਾਪਾ, ਮੈਂ ਨਹੀਂ ਥੱਕਾਂਗਾ। ਚੱਲ ਫਿਰ ਪੁੱਤਰਾ, ਵੇਖਦਾ ਅੱਜ ਤੇਰਾ ਜ਼ੋਰ। ਗੁਰਮੇਲ ਸਿੰਘ ਲੰਮੀਆਂ ਡਿੰਗਾਂ ਭਰਦਾ ਜਾ ਰਿਹਾ ਸੀ ਤੇ ਜਸ਼ਨ ਕਦੇ ਪਿੱਛੇ ਰਹਿ ਜਾਂਦਾ ਤੇ ਕਦੇ ਦੌੜ ਕੇ ਅੱਗੇ ਲੰਘ ਜਾਂਦਾ ਅਤੇ ਅੱਗੇ ਖੜ ਕੇ ਆਪਣੇ ਪਾਪਾ ਦਾ ਇੰਤਜ਼ਾਰ ਕਰਨ ਲੱਗ ਪੈਂਦਾ। ਕੁਝ ਹੀ ਮਿੰਟਾਂ ਵਿੱਚ ਦੋਵੇਂ ਪਿਓ ਪੁੱਤ ਆਬਾਦੀ ਤੋਂ ਬਾਹਰ ਨਿਕਲ ਕੱਚੀ ਨਹਿਰ ਵਾਲੇ ਰਾਹ ਤੇ ਪੈ ਗਏ। ਜਸ਼ਨ ਮੂਰੇ ਤੁਰਦਾ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਨੂੰ ਨਿਹਾਰਦਾ, ਕਦੇ ਸਰੋਂ ਦੇ ਫੁੱਲਾਂ ਨੂੰ ਤੇ ਕਦੇ ਮੰਡਰਾਉਂਦੀਆਂ ਤਿਤਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਕਦੇ ਤਾਰਾਂ ਤੇ ਬੈਠੇ ਪੰਛੀਆਂ ਨੂੰ ਵੇਖ ਖੁਸ਼ ਹੁੰਦਾ। ਗੁਰਮੇਲ ਸਿੰਘ ਆਪਣੀ ਧੁਨ ਵਿੱਚ ਤੇਜ਼ ਤੁਰਦਾ ਜਾ ਰਿਹਾ ਸੀ। ਉਹ ਹੈਰਾਨ ਸੀ ਕਿ ਅੱਜ ਜਸ਼ਨ ਦੇ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿਵੇਂ ਆਇਆ। ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਨਹਿਰ ਦੀ ਪਟੜੀ ਤੇ ਆ ਚੜੇ, ਜਿੱਥੇ ਇੱਕ ਪਾਸੇ ਰੁੱਖਾਂ ਦੇ ਝੁੰਡ ਸਨ ਅਤੇ ਇੱਕ ਪਾਸੇ ਹਰੀਆਂ ਕਣਕਾਂ ਹੁਲਾਰੇ ਮਾਰ ਰਹੀਆਂ ਸਨ। ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਗੁਰਮੇਲ ਸਿੰਘ ਨੇ ਪੁੱਛਿਆ, ਬੇਟਾ ਕੀ ਲੱਭ ਰਿਹਾ ਹੈ? ਪਾਪਾ, ਪ੍ਰਵਾਸੀ ਪੰਛੀ ਲੱਭ ਰਿਹਾ। ਦੁਪਹਿਰੇ ਮੋਹਿਤ ਅਤੇ ਸ਼ੁਭਮ ਮੇਰੇ ਕੋਲ ਆਏ ਸਨ। ਉਹ ਕਹਿ ਰਹੇ ਸਨ ਕਿ ਇਸ ਵਾਰ ਨਹਿਰ ਤੇ ਕਾਫੀ ਪ੍ਰਵਾਸੀ ਪੰਛੀ ਆਏ ਹੋਏ ਹਨ। ਪੈਰਾਂ ਦਾ ਖੜਾਕ ਸੁਣ ਕੇ ਦੋ ਮੁਰਗਾਬੀਆਂ ਉਹਨਾਂ ਦੇ ਮੂਹਰਿਓਂ ਉੱਡ ਗਈਆਂ। ਜਸ਼ਨ ਇਹਨਾਂ ਮੁਰਗਾਬੀਆਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਪਾਪਾ, ਇਹ ਤਾਂ ਬਹੁਤ ਪਿਆਰੇ ਪੰਛੀ ਨੇ। ਇਹ ਕਿੱਥੋਂ ਆਉਂਦੇ ਨੇ? ਗੁਰਮੇਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ, ਪੁੱਤਰਾ, ਪ੍ਰਵਾਸੀ ਪੰਛੀ ਦੂਰ ਦਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ। ਇਹਨਾਂ ਵਿੱਚ ਮੁੱਖ ਤੌਰ ਤੇ ਸਮੁੰਦਰੀ ਕੂੰਜਾਂ, ਅਬਾਬੀਲ, ਹੰਸ ਅਤੇ ਨੀਲਸਰ ਆਦਿ ਪੰਛੀ ਸ਼ਾਮਲ ਹਨ। ਇਹਨਾਂ ਵਿੱਚੋਂ ਕੁਝ ਪੰਛੀ ਸਾਈਬੇਰੀਆ ਤੋਂ ਵੀ ਆਉਂਦੇ ਹਨ। ਕਈ ਪੰਛੀ ਸੈਂਕੜੇ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ। ਰੁੱਤ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਇਸ ਲਈ ਇਹ ਪੰਛੀ ਸਾਡੇ ਮਹਿਮਾਨ ਹੁੰਦੇ ਹਨ। ਇਹ ਗੱਲ ਮੈਂ ਮੋਹਿਤ ਤੇ ਸ਼ੁਭਮ ਹੋਰਾਂ ਨੂੰ ਵੀ ਸਮਝਾਵਾਂਗਾ।
ਦੂਜੇ ਪਾਸੇ ਸਫੈਦਿਆਂ ਦੇ ਰੁੱਖਾਂ ਵਿੱਚ ਕਾਵਾਂ ਦੀ ਕਾਵਾਂ ਰੌਲੀ ਨੇ ਜਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸਨੇ ਸ਼ਾਇਦ ਇੰਨੇ ਸਾਰੇ ਕਾਂ ਪਹਿਲਾਂ ਨਹੀਂ ਸਨ ਵੇਖੇ। ਉਹ ਕਾਵਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ, ਪਰ ਥੋੜੀ ਹੀ ਦੇਰ ਬਾਅਦ ਗੰਭੀਰ ਹੁੰਦਿਆਂ ਬੋਲਿਆ, ਪਾਪਾ ਚਿੜੀਆਂ ਕਿਤੇ ਨਜ਼ਰ ਨਹੀਂ ਆਉਂਦੀਆਂ, ਕਿੱਥੇ ਗਈਆਂ ਚਿੜੀਆਂ? ਗੁਰਮੇਲ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ ਦੇਖ ਕੇ ਫਿਰ ਉਹ ਆਪ ਹੀ ਜਵਾਬ ਦਿੰਦਾ ਹੋਇਆ ਬੋਲਿਆ, ਪਾਪਾ ਮੈਡਮ ਕਹਿੰਦੇ ਸਨ ਕਿ ਜਿਹੜੇ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਨੇ, ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਕਰਕੇ ਬਹੁਤ ਸਾਰੇ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਚਿੜੀਆਂ ਵੀ ਜਾਂ ਤਾਂ ਮਰ ਗਈਆਂ ਨੇ ਜਾਂ ਫਿਰ ਦੂਰ ਦੁਰਾਡੇ ਕਿਤੇ ਪਹਾੜਾਂ ਵੱਲ ਚਲੀਆਂ ਗਈਆਂ ਨੇ। ਹਾਂ ਪੁੱਤਰਾ, ਠੀਕ ਕਹਿੰਦੇ ਨੇ ਤੇਰੇ ਮੈਡਮ। ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਲਾਭ ਹੋਏ, ਉੱਥੇ ਸਾਨੂੰ ਇਹਨਾਂ ਕਰਕੇ ਬਹੁਤ ਕੁਝ ਗਵਾਉਣਾ ਵੀ ਪਿਆ ਹੈ। ਨਿੱਕੀ ਜਿੰਦ ਵੱਡੀ ਸੋਚ ਕਹਾਣੀ ਦੇ ਈ ਕੰਟੈਂਟ ਰਾਹੀਂ ਜੋ ਕੁਝ ਤੁਸੀਂ ਦੇਖਿਆ ਹੈ ਉਸ ਦੇ ਬਾਰੇ ਗੱਲਬਾਤ ਆਪਣੇ ਮਾਂ-ਬਾਪ, ਭਾਈ ਭੈਣ ਨਾਲ ਜ਼ਰੂਰ ਕਰਿਓ। ਹੈਲੋ ਬੱਚਿਓ ਆਪਾਂ ਆਪਣੀ ਗਣਿਤ ਦੀ ਦੁਨੀਆ ਪੁਸਤਕ ਵਿੱਚ ਦੁਹਰਾਈ ਸ਼ੁਰੂ ਕੀਤੀ ਹੈ। ਅਸੀਂ ਆਪਣੇ 9 ਸਵਾਲ ਕਰ ਲਏ ਹਨ। ਅੱਜ ਅਸੀਂ ਆਪਣਾ 10ਵਾਂ, 11ਵਾਂ ਅਤੇ 12ਵਾਂ ਸਵਾਲ ਕਰਾਂਗੇ। ਬੱਚਿਓ ਆਪਣਾ 10ਵਾਂ ਸਵਾਲ ਹੈ ਵੱਧਦੇ ਕ੍ਰਮ ਵਿੱਚ ਲਿਖੋ। ਦੇਖੋ ਆਪਣੇ ਕੋਲ 5 ਸੰਖਿਆਵਾਂ ਹਨ, 269, 781, 683, 453 ਅਤੇ 239। ਹੁਣ ਬੱਚਿਓ ਆਪਾਂ ਸਭ ਤੋਂ ਪਹਿਲਾਂ ਕੀ ਪਤਾ ਕਰਾਂਗੇ? ਸਭ ਤੋਂ ਛੋਟੀ ਸੰਖਿਆ, ਕਿਉਂਕਿ ਵੱਧਦੇ ਕ੍ਰਮ 'ਚ ਪਹਿਲਾਂ ਕੀ ਲਗਾਉਂਦੇ ਆ? ਸਭ ਤੋਂ ਛੋਟੀ। ਠੀਕ ਹੈ, ਜਿਵੇਂ ਆਪਾਂ ਮੁੱਲਾਂ ਨੂੰ ਵੱਧਦੇ ਕ੍ਰਮ ਅਨੁਸਾਰ ਲਿਖਣਾ ਸਿੱਖਿਆ ਸੀ। ਚਲੋ ਆਪਾਂ ਗਿਣੀਏ। ਦੇਖੋ ਇਸ ਵਿੱਚ 100 ਦੇ 2 ਬਣ ਗਿਆ 200, ਇਸ ਵਿੱਚ 100 ਦੇ 7 ਬਣ ਗਿਆ 700, ਇਸ ਵਿੱਚ 100 ਦੇ 6 ਬਣ ਗਿਆ 600, ਇਸ ਵਿੱਚ 100 ਦੇ 4 ਬਣ ਗਿਆ 400 ਔਰ ਇਸ ਵਿੱਚ 100 ਦੇ 2 ਬਣ ਗਿਆ 200। ਤਾਂ ਦੇਖੋ ਬੱਚਿਓ ਸਭ ਤੋਂ ਘੱਟ 100 ਕਿਸ ਵਿੱਚ ਹਨ? ਦੋ ਸੰਖਿਆਵਾਂ ਵਿੱਚ, 269 ਵਿੱਚ ਅਤੇ 239 ਵਿੱਚ। ਹੁਣ ਬੱਚਿਓ ਇਹਨਾਂ ਦੋਨਾਂ ਵਿੱਚੋਂ ਛੋਟੀ ਕਿਹੜੀ ਹੈ? ਜਦੋਂ 100 ਬਰਾਬਰ ਹੋਣ ਤਾਂ ਅਸੀਂ 10 ਗਿਣਦੇ ਹਾਂ। ਦੇਖੋ ਇਸ ਵਿੱਚ 6 10 ਦੇ ਨੋਟ ਔਰ ਇਸ ਵਿੱਚ 3, ਇਹ ਹੈ 30 ਔਰ ਇਹ ਹੈ 60। ਤਾਂ ਫਿਰ ਛੋਟੀ ਕਿਹੜੀ ਹੋਈ? 30 ਵਾਲੀ। 239 ਹੈ ਜੋ ਉਹ ਸਭ ਤੋਂ ਛੋਟੀ ਹੈ ਇਹਨਾਂ ਸੰਖਿਆਵਾਂ ਚੋਂ। ਹੁਣ ਬੱਚੋ ਆਪਾਂ ਇਹਨਾਂ ਸੰਖਿਆਵਾਂ ਨੂੰ ਵੱਧਦਾ ਕ੍ਰਮ ਅਨੁਸਾਰ ਰੱਖਣਾ ਸਿੱਖਦੇ ਹਾਂ। ਸਭ ਤੋਂ ਛੋਟੀ 239। ਉਸ ਤੋਂ ਬਾਅਦ ਬੇਟਾ ਇਹ ਚਲੀ ਗਈ ਤਾਂ ਕਿੰਨੀਆਂ ਬਚੀਆਂ? 4। ਇਹਨਾਂ ਵਿੱਚੋਂ ਛੋਟੀ ਕਿਹੜੀ ਹੈ? 269। ਆਪਾਂ ਹੁਣੇ ਪਤਾ ਕੀਤਾ ਨਾ ਇਸ ਵਿੱਚ ਘੱਟ 100 ਹਨ। ਹੁਣ ਬਚੀਆਂ 3। ਇਹਨਾਂ ਵਿੱਚੋਂ ਛੋਟੀ ਕਿਹੜੀ ਹੈ ਜਿਸ ਵਿੱਚ ਘੱਟ 100 ਹਨ? 400 ਵਾਲੀ। 453। ਠੀਕ ਹੈ ਬੱਚਿਓ, ਹੁਣ ਆਪਣੇ ਕੋਲ ਬਚੀਆਂ 2। ਇਹਨਾਂ ਵਿੱਚੋਂ ਛੋਟੀ ਕਿਹੜੀ ਹੈ? 683 ਅਤੇ ਸਭ ਤੋਂ ਵੱਡੀ, ਸਭ ਤੋਂ ਵੱਧ ਮੁੱਲ ਵਾਲੀ 781। ਤਾਂ ਬੱਚਿਓ ਇਹ ਬਣ ਗਿਆ ਆਪਣਾ ਵੱਧਦਾ ਕ੍ਰਮ। ਦੇਖੋ ਬੱਚਿਓ ਇਹ ਮੈਂ ਇੱਕ ਸਵਾਲ ਹੱਲ ਕੀਤਾ ਹੈ। ਤੁਸੀਂ ਕਾਪੀਆਂ ਉੱਪਰ ਇਸ ਪ੍ਰਕਾਰ ਹੀ ਸੁੰਦਰ ਲਿਖਾਈ ਵਿੱਚ ਸਾਰੇ ਸਵਾਲ ਹੱਲ ਕਰਨੇ ਹਨ। ਇਹ ਦੇਖੋ ਮੈਂ ਬੱਚਿਓ ਇੱਕ ਸਵਾਲ ਹੱਲ ਕਰਕੇ ਦਿੱਤਾ ਹੈ, ਬਾਕੀ ਸਾਰੇ ਸਵਾਲ ਇੱਥੇ ਮੈਂ ਲਿਖੇ ਹਨ। ਤੁਸੀਂ ਇਹਨਾਂ ਨੂੰ ਵੇਖ ਕੇ ਚਾਹੇ ਕਿਤਾਬ 'ਚੋਂ ਵੇਖ ਕੇ ਇਹ ਸਾਰੇ ਸਵਾਲ ਕਰਨੇ ਹਨ। ਬੱਚਿਓ ਹੁਣ ਆਪਣਾ 11ਵਾਂ ਸਵਾਲ ਹੈ ਘਟਦੇ ਕ੍ਰਮ ਵਿੱਚ ਲਿਖੋ। ਸੰਖਿਆਵਾਂ ਹਨ 619, 564, 72, 12 ਅਤੇ 169। ਹੁਣ ਆਪਾਂ ਘਟਦੇ ਕ੍ਰਮ ਵਿੱਚ ਲਿਖਣਾ ਹੋਵੇ ਜਾਂ ਆਪਾਂ ਜਦੋਂ ਘਟਦਾ ਮੁੱਲ ਕ੍ਰਮ 'ਚ ਕੀਤਾ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਲੱਭਦੇ ਹਾਂ? ਸਭ ਤੋਂ ਵੱਧ ਮੁੱਲ, ਸਭ ਤੋਂ ਵੱਡੀ ਸੰਖਿਆ। ਚਲੋ ਆਪਾਂ ਪਤਾ ਕਰੀਏ। ਦੇਖੋ ਇਸ ਸੰਖਿਆ ਵਿੱਚ 100 ਦੇ 6 ਬਣ ਗਿਆ 600, ਇਸ ਵਿੱਚ 100 ਦੇ 5 ਬਣ ਗਿਆ 500 ਔਰ ਦੇਖੋ ਜੋ 72 ਸੰਖਿਆ ਹੈ ਇਸ ਵਿੱਚ 100 ਦਾ ਕੋਈ ਨਹੀਂ ਹੈ। ਇਸ ਵਿੱਚ 10 ਦੇ 7 ਨੋਟ ਹਨ, ਬਣ ਗਿਆ 70 ਔਰ ਇਸ ਵਿੱਚ 10 ਦਾ 1 ਹੈ, ਬਣ ਗਿਆ 10 ਔਰ ਇਸ ਵਿੱਚ 100 ਦੇ 1 100। ਤਾਂ ਦੇਖੋ ਬੱਚਿਓ ਹੁਣ ਆਪਾਂ ਸਭ ਤੋਂ ਪਹਿਲਾਂ ਸਭ ਤੋਂ ਵੱਧ ਲੱਭਣਾ ਹੈ ਤੇ ਸਭ ਤੋਂ ਵੱਧ ਕੌਣ ਸੰਖਿਆਵਾਂ ਹਨ? 100 ਵਾਲੀਆਂ। 100 ਵਾਲੀਆਂ ਵਿੱਚ ਸਭ ਤੋਂ ਵੱਧ 100 600 है ना बच्चों। तो फिर जो 619 है वो सब तो वड्डी है, सब तो वध मुल वाली है। तो फिर असी घटदा क्रम अनुसार संख्यावां लिखनियां रखनियां शुरू करते हाँ। तो सब तो वड्डी आपां लभ लई 619। हुण अपने कोले 4 संख्यावां हन।
ਇਹਨਾਂ ਵਿੱਚੋਂ ਸਭ ਤੋਂ ਵੱਧ ਕਿਹੜੀ ਹੈ? ਤਾਂ ਦੇਖੋ ਜਿਸ ਵਿੱਚ ਵੱਧ 100 ਹਨ 500, ਤਾਂ ਇਹ ਸਭ ਤੋਂ ਵੱਡੀ ਹੈ, ਇਹਨਾਂ ਤੋਂ 564। ਹੁਣ ਬੱਚਿਓ ਦੇਖੋ 3 ਸੰਖਿਆਵਾਂ ਬਚ ਗਈਆਂ, ਇਹਨਾਂ ਵਿੱਚੋਂ ਵੱਡੀ ਕਿਹੜੀ ਹੈ? ਦੇਖੋ ਇਹਨਾਂ ਵਿੱਚ ਕੋਈ 100 ਨਹੀਂ, ਤਾਂ ਫਿਰ 100 ਵਾਲੀ ਵੱਡੀ ਹੈ ਨਾ। ਹਾਂ, ਤਾਂ 169 ਇੱਥੇ ਆ ਗਈ। ਹੁਣ ਬਚੀਆਂ 2, ਇਹ ਦੋਨੋਂ ਦਹਾਈ ਵਾਲੀਆਂ ਹਨ, 10 ਵਾਲੀਆਂ। ਇਹਨਾਂ ਵਿੱਚੋਂ ਵੱਡੀ ਕਿਹੜੀ ਹੈ? ਜਿਸ ਵਿੱਚ ਜ਼ਿਆਦਾ ਦਹਾਈਆਂ ਜ਼ਿਆਦਾ 10 ਹਨ, 7 ਵਾਲੀ, 72 ਵਾਲੀ, ਉੱਤੇ ਲਿਖਾਂਗੇ 72। और अंत विच सब तो छोटी बच गई 12। तो बच्चों ये बन गया साडा घटदा क्रम। बच्चों एक सवाल मैं कीता है, इसे प्रकार ही तुसी सारे सवाल अपनी कापी ते हल करने हैं। ठीक है, ये सारे सवाल हैं, ये तुहाडी किताब विच भी हैं, तुसी इत्थों लिख लेने हैं ते अपनी कापी ते हल करने हैं। बच्चों देखो हुण अपना 12वां सवाल है, समझो अते लिखो। चलो बच्चों समझो, देखो 10 1 11, 20 2 22, 30 3 33, 40 4 44। चलो अगों आपां समझ के करदे हां। देखो बच्चे हुण जिवें इन्हां विच एक इकाई एक दहाई वध रही है, उवें ही असीं वधा के हुण करांगे। देखो 40 4 44, 50 5 55, 60 6 66, 70 7 77, 80 8 88। इसे प्रकार बच्चों देखो 11 22 33 44 55 66 77 88 ये संख्यावां बन गईयां। देखो बच्चों एक सवाल मैं कीता है, बाकी भी इस तरीके नाल तुसी किस प्रकार ये चल रही है सीरीज, उन्हां नूं देख के सारे सवाल हल करने हैं। चलो मिलते हैं बच्चों अपनी अगली वीडियो विच। Hello children, today we are going to read lesson 1 from class 4 and title of the lesson is The King and His Sons. Children, today we are going to read first half of last paragraph. Let's read the paragraph. And first sentence of this paragraph is, after 1 week, the king called his sons and the ministers in the court. After 1 week. Here are days of the week: Monday, Tuesday, Wednesday, Thursday, Friday, Saturday, Sunday, again Monday. These are 7 days of a week. A week has 7 days. After 1 week, after 7 days, the king called his sons. The king called his sons. King called his 3 sons and the ministers. These are ministers. These are 2 ministers in the court. This is the court, the place where the king and his ministers, they discuss their issues. So the king called his sons and the ministers in the court. He went to the big room with his 3 sons and the ministers. He went, king went. King went to the big room. He went to the big room with his 3 sons and the ministers. Moving to our next part. The first son spread the cotton, but it did not cover the whole space. Read again. The first son spread the cotton, but it did not cover the
whole space. The first sun spread cotton, but it did not cover the whole space. The second sun spread the grapes, but those too were not enough to cover the whole space. The second sun spread grapes, but those too were not enough to cover the whole space. Read again. The second sun spread the grapes, but those too were not enough to cover the whole space. Children, you have read this paragraph. Now try to read this paragraph on your own. Children, now it's time for homework. I have written 5 words for you. Week, cotton, spread, grapes and cover. You have to make sentences for these words. Keep learning. Thank you. ਪਿਆਰੇ ਬੱਚਿਓ, ਆਓ ਅਸੀਂ ਅੱਜ ਦੇ ਅਧਿਆਏ ਦੀ ਸ਼ੁਰੂਆਤ ਕਰਦੇ ਹਾਂ ਇਸ ਇੱਕ ਛੋਟੀ ਜਿਹੀ ਗਤੀਵਿਧੀ ਤੋਂ। ਇਸ ਤਸਵੀਰ ਨੂੰ ਧਿਆਨ ਦੇ ਨਾਲ ਦੇਖੋ ਅਤੇ ਦੇਖੋ ਕਿ ਬੱਚੇ ਇਸ ਤਸਵੀਰ ਵਿੱਚ ਕੀ ਕਰ ਰਹੇ ਹਨ। ਹਾਂਜੀ, ਵੈਰੀ ਗੁੱਡ। ਇਸ ਤਸਵੀਰ ਵਿੱਚ ਬੱਚੇ ਬਹੁਤ ਖੁਸ਼ ਹਨ। ਕੁਝ ਬੱਚੇ ਪਤੰਗ ਚੜਾ ਰਹੇ ਹਨ, ਕੁਝ ਬੱਚੇ ਪੰਘੂੜਿਆਂ ਤੇ ਝੂਲੇ ਲੈ ਰਹੇ ਹਨ, ਕੁਝ ਬੱਚੇ ਫੁੱਟਬਾਲ ਦੇ ਨਾਲ ਖੇਡ ਰਹੇ ਹਨ, ਕੁਝ ਬੱਚੇ ਮਿੱਟੀ ਨਾਲ ਖੇਡ ਰਹੇ ਹਨ। ਕਿੰਨਾ ਸੁੰਦਰ ਦ੍ਰਿਸ਼ ਹੈ। ਆਲੇ ਦੁਆਲੇ ਕਿੰਨੇ ਖੂਬਸੂਰਤ ਫੁੱਲ ਖਿੜੇ ਹੋਏ ਹਨ। ਇਸ ਤਰ੍ਹਾਂ ਦੇ ਦ੍ਰਿਸ਼ ਨੂੰ ਅਸੀਂ ਕਿਹਦਾ ਦ੍ਰਿਸ਼ ਕਹਿ ਸਕਦੇ ਹਾਂ? ਹਾਂਜੀ, ਸੋਚੋ। ਸ਼ਾਬਾਸ਼। ਇਸ ਤਰ੍ਹਾਂ ਦੇ ਦ੍ਰਿਸ਼ ਨੂੰ ਅਸੀਂ ਕਹਿੰਦੇ ਹਾਂ ਪਾਰਕ। ਤੇ ਅਸੀਂ ਅੱਜ ਪੜਾਂਗੇ ਪਾਰਕ ਦੀ ਸੈਰ ਦੇ ਬਾਰੇ ਵਿੱਚ। ਇਸ ਅਧਿਆਏ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਥੋੜਾ ਜਿਹਾ ਇਸ ਤਸਵੀਰ ਵੱਲ ਧਿਆਨ ਦਈਏ। ਇਹ ਇੱਕ ਲੜਕੀ ਅਤੇ ਉਸਦੇ ਪਿਤਾ ਦੀ ਤਸਵੀਰ ਹੈ। ਇਸ ਬੱਚੀ ਦਾ ਨਾਮ ਹੈ ਕਿਰਨ। ਕਿਰਨ ਦੇ ਚਿਹਰੇ ਤੋਂ ਦੇਖ ਕੇ ਅੰਦਾਜ਼ਾ ਲਗਾਓ ਕਿ ਇਹ ਬੱਚੀ ਖੁਸ਼ ਹੈ ਜਾਂ ਉਦਾਸ ਹੈ। ਹਾਂਜੀ, ਇਹ ਲੜਕੀ ਖੁਸ਼ ਨਜ਼ਰ ਆ ਰਹੀ ਹੈ। ਤੇ ਬੱਚਿਓ, ਜਿਹੜੇ ਸਾਡੇ ਵੀ ਕੋਈ ਖੁਸ਼ੀ ਦੇ, ਗਮੀ ਦੇ, ਰੋਸੇ ਦੇ ਸਾਡੇ ਜੋ ਭਾਵ ਹੁੰਦੇ ਹਨ, ਉਹ ਸਾਰੇ ਭਾਵ ਸਾਡੇ ਮਨ ਦੇ ਭਾਵ ਕਹਾਉਂਦੇ ਹਨ। ਤੇ ਇਸ ਬੱਚੀ ਦੇ ਚਿਹਰੇ ਉੱਪਰ ਜੋ ਖੁਸ਼ੀ ਦੇ ਭਾਵ ਹਨ, ਆਓ ਜਾਣਦੇ ਹਾਂ ਕਿ ਇਹ ਬੱਚੀ ਖੁਸ਼ ਕਿਉਂ ਹੈ। ਹਾਂਜੀ, ਪਾਰਕ ਦੀ ਸੈਰ। ਪਿਆਰੇ ਬੱਚਿਓ, ਹਰ ਰੋਜ਼ ਸਾਡਾ ਵਾਸਤਾ ਬਹੁਤ ਸਾਰੀਆਂ ਵਸਤੂਆਂ ਨਾਲ ਪੈਂਦਾ ਹੈ, ਜਿਨ੍ਹਾਂ ਨੂੰ ਅਸੀਂ ਝੱਟ ਹੀ ਪਹਿਚਾਣ ਜਾਂਦੇ ਹਾਂ। ਕੀ ਤੁਹਾਨੂੰ ਪਤਾ ਹੈ ਕਿ ਅਸੀਂ ਇਹਨਾਂ ਵਸਤੂਆਂ ਦੀ ਪਹਿਚਾਣ ਸਿਰਫ ਦੇਖ ਕੇ ਹੀ ਨਹੀਂ ਕਰਦੇ, ਸਗੋਂ ਸਾਡੀ ਚਮੜੀ, ਨੱਕ ਅਤੇ ਕੰਨ ਵੀ ਇਸ ਕੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅਸੀਂ ਕਿਸੇ ਵਸਤੂ ਨੂੰ ਛੋਹ ਕੇ, ਸੁੰਘ ਕੇ ਜਾਂ ਉਸ ਦੀ ਆਵਾਜ਼ ਸੁਣ ਕੇ ਵੀ ਪਹਿਚਾਣ ਸਕਦੇ ਹਾਂ, ਭਾਵੇਂ ਸਾਡੀਆਂ ਅੱਖਾਂ ਬੰਦ ਹੀ ਕਿਉਂ ਨਾ ਹੋਣ। ਆਓ ਕੁਝ ਬੱਚਿਆਂ ਦੁਆਰਾ ਪਾਰਕ ਦੀ ਸੈਰ ਦੌਰਾਨ ਕੀਤੇ ਅਨੁਭਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਿਰਨ ਅੱਜ ਬਹੁਤ ਖੁਸ਼ ਸੀ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਸਥਾਨ ਤੇ ਰਹੀ ਸੀ। ਘਰ ਆ ਕੇ ਉਸਨੇ ਬਸਤਾ ਰੱਖਿਆ ਅਤੇ ਫਟਾਫਟ ਆਪਣੇ ਪਿਤਾ ਜੀ ਕੋਲ ਇਹ ਗੱਲ ਦੱਸਣ ਲਈ ਗਈ। ਪਿਤਾ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਰਨ ਨੂੰ ਸ਼ਾਬਾਸ਼ ਦਿੰਦੇ ਹੋਏ ਉਸਦਾ ਮੋਢਾ ਥਪਥਪਾਇਆ। ਕਿਰਨ ਨੂੰ ਇਹ ਬਹੁਤ ਚੰਗਾ ਲੱਗਿਆ। ਕਿਰਨ ਦੇ ਪਿਤਾ ਨੇ ਉਸਦੀ ਮੰਮੀ ਨੂੰ ਆਵਾਜ਼ ਦਿੱਤੀ, ਆਹ ਦੇਖੋ, ਆਪਣੀ ਬੇਟੀ ਜਮਾਤ ਵਿੱਚੋਂ ਫਸਟ ਆਈ ਹੈ। ਕਿਰਨ ਕੱਲ ਸ਼ਰਾਰਤਾਂ ਕਰਨ ਤੋਂ ਹਟ ਨਹੀਂ ਰਹੀ ਸੀ। ਇਸ ਤਰ੍ਹਾਂ ਕਰਦਿਆਂ ਜਦ ਉਸਨੇ ਆਪਣੇ ਕੱਪੜਿਆਂ ਉੱਤੇ ਚਾਹ ਡੋਲ ਲਈ ਤਾਂ ਉਸਦੀ ਮੰਮੀ ਨੇ ਖਿੱਚ ਕੇ ਝਿੜਕ ਦਿੱਤਾ ਸੀ। ਇਸ ਕਰਕੇ ਕਿਰਨ ਆਪਣੀ ਮੰਮੀ ਨਾਲ ਗੁੱਸੇ ਸੀ ਅਤੇ ਉਸ ਨਾਲ ਬੋਲ ਨਹੀਂ ਰਹੀ ਸੀ। ਜਦ ਮੰਮੀ ਨੇ ਆ ਕੇ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਪਿਆਰ ਨਾਲ ਪਲੋਸਿਆ ਤਾਂ ਉਹ ਆਪਣਾ ਸਾਰਾ ਗੁੱਸਾ ਭੁੱਲ ਗਈ ਅਤੇ ਖੁਸ਼ ਹੋ ਗਈ। ਅੱਜ ਦਾ ਬੇਟਾ ਪ੍ਰਸ਼ਨ ਹੈ, ਪ੍ਰਸ਼ਨ,
ਜਦੋਂ ਕੋਈ ਤੁਹਾਡੀ ਪਿੱਠ ਥਾਪੜ ਕੇ ਤੁਹਾਨੂੰ ਸ਼ਾਬਾਸ਼ ਦਿੰਦਾ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ? ਹਾਂਜੀ ਲਿਖੋ ਸ਼ਾਬਾਸ਼ ਸਾਰੇ ਬੱਚੇ। ਹਾਂ, ਉੱਤਰ ਹੈ ਜਦੋਂ ਕੋਈ ਸਾਡੀ ਪਿੱਠ ਥਾਪੜ ਕੇ ਸਾਨੂੰ ਸ਼ਾਬਾਸ਼ ਦਿੰਦਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਪਿਆਰੇ ਬੱਚਿਓ, ਅੱਜ ਅਸੀਂ ਜਮਾਤ 5ਵੀਂ ਦਾ ਪਾਠ 2 ਗੱਤਕਾ ਪੜਾਂਗੇ। ਪਾਠ ਦੀ ਵੰਨਗੀ ਇੱਕ ਲੇਖ ਹੈ। ਲੇਖਕ ਦਾ ਨਾਮ ਹੈ ਪ੍ਰਿੰਸੀਪਲ ਸਰਵਣ ਸਿੰਘ। ਤਾਂ ਆਓ ਪਾਠ ਪੜ੍ਹਨਾ ਸ਼ੁਰੂ ਕਰਦੇ ਹਾਂ। ਗੱਤਕਾ ਪੰਜਾਬੀਆਂ ਦਾ ਇੱਕ ਜੰਗੀ ਹੁਨਰ ਹੈ। ਇਹਦੇ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕਾਂ ਲਈ ਗੱਤਕਾ ਸਿੱਖਣਾ ਜ਼ਰੂਰੀ ਸੀ। ਜਿਵੇਂ ਜਾਪਾਨ ਦੀ ਖੇਡ ਕਰਾਟੇ ਸਵੈ ਰੱਖਿਆ ਵਾਲੀ ਖੇਡ ਗਿਣੀ ਜਾਂਦੀ ਹੈ, ਉਵੇਂ ਪੰਜਾਬੀਆਂ ਦਾ ਗੱਤਕਾ ਵੀ ਬਚਾਅ ਵਾਲੀ ਖੇਡ ਹੈ। ਗੱਤਕਾ ਗਦਾ ਯੁੱਧ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ। ਅੱਜ ਕੱਲ੍ਹ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੱਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਵਿਦਿਅਕ ਮੁਕਾਬਲਿਆਂ ਅਧੀਨ ਗੱਤਕਾ ਖੇਡ ਦੇ ਮੁੰਡਿਆਂ ਅਤੇ ਕੁੜੀਆਂ ਦੇ ਅਲੱਗ-ਅਲੱਗ ਮੁਕਾਬਲੇ ਕਰਾਏ ਜਾਂਦੇ ਹਨ। ਜਿਸ ਨੇ ਗਦਾ ਯੁੱਧ ਦਾ ਮਾਹਰ ਬਣਨਾ ਹੈ, ਉਹ ਪਹਿਲਾਂ ਗੱਤਕਾ ਖੇਡਣਾ ਸਿੱਖੇ। ਗੱਤਕੇ ਦੀ ਸਿਖਲਾਈ ਡੰਡੇ ਸੋਟੀਆਂ ਤੋਂ ਸ਼ੁਰੂ ਹੋ ਕੇ ਤਲਵਾਰਾਂ ਚਲਾਉਣ ਤੱਕ ਹੈ। ਓਲੰਪਿਕ ਖੇਡਾਂ ਵਿੱਚ ਖੇਡੀ ਜਾਂਦੀ ਖੇਡ ਫੈਂਸਿੰਗ ਗੱਤਕੇ ਦਾ ਹੀ ਸੁਧਰਿਆ ਰੂਪ ਹੈ। ਗੱਤਕੇ ਵਿੱਚ ਮੁੱਢਲੇ ਤੌਰ ਉੱਤੇ 3.5 ਹੱਥ ਲੰਮਾ ਡੰਡਾ ਤੇ ਛੋਟੀ ਢਾਲ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਡੰਡੇ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗੱਤਕਾ ਅਤੇ ਖੱਬੇ ਹੱਥ ਵਿੱਚ ਫਰੀ ਛੋਟੀ ਢਾਲ ਲੈ ਕੇ ਦੋ ਜਣੇ ਆਪੋ ਵਿੱਚ ਖੇਡਦੇ ਹਨ। ਫਾਰਸੀ ਦਾ ਖੁਦਕਾ ਸ਼ਬਦ ਪੰਜਾਬੀਆਂ ਦੇ ਮੂੰਹ ਚੜ ਕੇ ਗੱਤਕਾ ਬਣਿਆ ਹੈ। ਕੁਸ਼ਤੀ ਵਾਂਗ ਇਸ ਖੇਡ ਵਿੱਚ ਵੀ ਉਸਤਾਦੀ ਸ਼ਾਗਿਰਦੀ ਚੱਲਦੀ ਹੈ। ਗੱਤਕਾ ਉਸਤਾਦਾਂ ਦੇ ਆਪਣੇ ਅਖਾੜੇ ਹੁੰਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਉਣ ਲਈ ਉਸਤਾਦਾਂ ਕੋਲ ਭੇਜਦੇ ਹਨ। ਉਸਤਾਦ ਕੁਝ ਰਸਮਾਂ ਪੂਰੀਆਂ ਕਰਕੇ ਬੱਚੇ ਨੂੰ ਭੁਜੰਗੀ ਬਣਾਉਂਦੇ ਹਨ। ਭੁਜੰਗੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹਨਾਂ ਨੇ ਚਾਲ ਚੱਲਣ ਨੇਕ ਰੱਖਣਾ ਹੈ। ਬੱਚੇ, ਬਜ਼ੁਰਗ, ਔਰਤ ਤੇ ਨਿਤਾਣੇ ਉੱਤੇ ਵਾਰ ਨਹੀਂ ਕਰਨਾ, ਸਗੋਂ ਉਹਨਾਂ ਦੀ ਢਾਲ ਬਣਨਾ ਹੈ। ਸਾਦੀ ਤੇ ਸ਼ੁੱਧ ਖੁਰਾਕ ਖਾਣੀ ਹੈ। ਕੋਈ ਨਸ਼ਾ ਨਹੀਂ ਕਰਨਾ। ਖੇਡ ਸਿਖਲਾਈ ਦੇ ਅਮਲੀ ਦੌਰ ਵਿੱਚ ਪਹਿਲਾਂ ਜੁੱਸੇ ਕਰਵਾਏ ਜਾਂਦੇ ਹਨ। ਇਹਦੇ ਲਈ ਡੰਡ ਬੈਠਕਾਂ ਤੇ ਅਖਾੜੇ ਦੁਆਲੇ ਦੌੜਾਂ ਲਾਉਣ ਦਾ ਅਭਿਆਸ ਹੁੰਦਾ ਹੈ। ਫਿਰ ਹਥਿਆਰਾਂ ਨੂੰ ਨਮਸਕਾਰ ਕਰਕੇ ਹਥਿਆਰ ਹੱਥ ਵਿੱਚ ਫੜਨ, ਪੈਂਤੜਾ ਲੈਣ, ਵਾਰ ਕਰਨ ਅਤੇ ਰੋਕਣ ਦੇ ਦਾਅ ਪੇਚ ਸਿਖਾਏ ਜਾਂਦੇ ਹਨ। ਮੁਕਾਬਲੇ ਇਕੱਲੇ ਦੇ ਵੀ ਹੁੰਦੇ ਹਨ ਅਤੇ ਟੋਲੀਆਂ ਵਿਚਕਾਰ ਵੀ ਹੁੰਦੇ ਹਨ। ਪਹਿਲਾ ਪਹਿਲ ਅਨੰਦਪੁਰ ਸਾਹਿਬ ਤੇ ਪੌਂਟਾ ਸਾਹਿਬ ਗੱਤਕੇ ਦੇ ਵੱਡੇ ਕੇਂਦਰ ਸਨ। ਹੋਲੇ ਮਹੱਲੇ ਸਮੇਂ ਗੱਤਕੇ ਦੇ ਵੱਡੀ ਪੱਧਰ ਤੇ ਮੁਕਾਬਲੇ ਹੁੰਦੇ ਸਨ। ਬੀਤੇ ਸਮੇਂ ਵਿੱਚ ਇਸ ਖੇਡ ਦਾ ਇੱਕ ਫਾਇਦਾ ਇਹ ਸੀ ਕਿ ਚੰਗੀ ਖੇਡ ਵਿਖਾਉਣ ਵਾਲੇ ਜਵਾਨਾਂ ਨੂੰ ਸਿੱਧਾ ਹੀ ਫੌਜ ਵਿੱਚ ਭਰਤੀ ਕਰ ਲਿਆ ਜਾਂਦਾ ਸੀ। ਜਰਨੈਲ ਹਰੀ ਸਿੰਘ ਨਲੂਆ ਇੰਜ ਹੀ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਰੀ ਚੜ੍ਹਿਆ ਸੀ। ਅੱਜ ਕੱਲ੍ਹ ਕੁਝ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਗੱਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਹੁਨਰ ਪਹਿਲਾਂ ਮਰਦਾਂ ਤੱਕ ਹੀ ਸੀਮਿਤ ਸੀ। ਹੁਣ ਔਰਤਾਂ ਵੀ ਇਸ ਵਿੱਚ ਭਾਗ ਲੈਣ ਲੱਗ ਪਈਆਂ ਹਨ। ਨਿਹੰਗ ਸਿੰਘਾਂ ਦੀ ਇਹ ਹਰਮਨ ਪਿਆਰੀ ਖੇਡ ਹੈ। ਇਹ ਖੇਡ ਹੁਣ ਨਗਰ ਕੀਰਤਨਾਂ ਅਤੇ ਖਾਸ ਖੇਡ ਸਮਾਗਮਾਂ ਵਿੱਚ ਹੀ ਖੇਡੀ ਜਾਂਦੀ ਹੈ। ਕਦੇ-ਕਦੇ ਕੋਈ ਗੱਤਕਾਬਾਜ਼ ਕਿਸੇ ਪੇਂਡੂ ਖੇਡ ਮੇਲੇ ਵਿੱਚ ਆਪਣੀ ਖੇਡ ਦੇ ਜੌਹਰ ਵਿਖਾ ਦਿੰਦਾ ਹੈ ਤੇ ਦਰਸ਼ਕ ਵਿਸਰ ਰਹੀ ਖੇਡ ਦਾ ਆਨੰਦ ਮਾਣ ਲੈਂਦੇ ਹਨ। ਅੰਤ ਵਿੱਚ ਇਸ ਖੇਡ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ ਪੰਜਾਬ ਦੀ ਭੂਗੋਲਿਕ ਸਥਿਤੀ ਖਾਸ ਸੀ। ਥਲ ਰਾਹੀਂ ਆਉਂਦੇ ਹਮਲਾਵਰ ਇੱਥੋਂ ਲੰਘਦੇ ਰਹੇ ਹਨ। ਇਸ ਕਾਰਨ ਆਤਮ ਸੁਰੱਖਿਆ ਹਰੇਕ ਦੀ ਲੋੜ ਬਣ ਗਈ। ਵਿਰੋਧੀ ਦਾ ਮੁਕਾਬਲਾ ਕਰਨ ਲਈ ਸਾਰਿਆਂ ਨੂੰ ਤਿਆਰ ਰਹਿਣਾ ਪੈਂਦਾ ਸੀ। ਗੱਤਕੇ ਦੀ ਖੇਡ ਇਸ ਲੋੜ ਵਿੱਚੋਂ ਹੀ ਪੈਦਾ ਹੋਈ ਹੈ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਹਾਂਜੀ ਬੇਟਾ, ਆਪਾਂ ਹੁਣ ਤੱਕ 6 ਸਵਾਲਾਂ ਦੀ ਦੁਹਰਾਈ ਕਰ ਚੁੱਕੇ ਹਾਂ। ਅੱਜ ਆਪਾਂ ਆਪਣੀ ਗਣਿਤ ਦੀ ਕਿਤਾਬ ਦੇ 7ਵੇਂ ਸਵਾਲ ਦੀ ਦੁਹਰਾਈ ਪੰਨਾ ਨੰਬਰ 4 ਤੋਂ 5 ਤੱਕ ਕਰਾਂਗੇ। ਠੀਕ ਹੈ, 7ਵੇਂ ਤੋਂ ਸ਼ੁਰੂ ਕਰਾਂਗੇ। ਬੋਰਡ ਤੇ ਦੇਖੋ ਬੇਟਾ,
7ਵਾਂ ਸਵਾਲ ਵਿਸਤ੍ਰਿਤ ਰੂਪ ਵਿੱਚ ਲਿਖੋ। 20 ਸਵਾਲ ਆਪਾਂ ਕਰਨ ਲੱਗੇ ਹਾਂ ਬੇਟਾ। ਇਹ ਦੀ ਸੰਖਿਆ ਹੈ 20 ਸਵਾਲ ਦੀ 1280। ਇਹਦੇ ਲਈ ਬੇਟਾ ਆਪਾਂ ਇਹ ਨੋਟ ਲਿਆ 1000 ਫਿਰ 200 ਤੇ ਫਿਰ 80 ਰੁਪਏ। ਮਾਨ ਕਾਰਡ ਤੇ ਦੇਖੀਏ ਤੇ ਬੇਟਾ ਮਾਨ ਕਾਰਡ ਤੇ ਇਹਦੀ 1000 ਦਾ ਮਾਨ ਕਾਰਡ, 200 ਦਾ ਤੇ 80 ਦਾ। ਠੀਕ ਹੈ ਬੇਟਾ। ਹੁਣ ਇਹਦੇ ਵਿੱਚ ਆਪਣਾ ਉੱਤਰ ਕਿਤਨਾ ਆਉਣਾ ਆ ਇਸ ਤਰੀਕੇ ਨਾਲ 1000 ਜੋੜ 200 ਜੋੜ 80। ਠੀਕ ਹੈ ਬੇਟਾ। ਕਾਪੀ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ ਵਿਸਤ੍ਰਿਤ ਰੂਪ ਵਿੱਚ ਲਿਖੋ। ਇਸ ਤਰ੍ਹਾਂ ਇਹਦਾ ਹੱਲ 1000 ਜੋੜ 200 ਜੋੜ 80 ਆਵੇਗਾ। ਹਾਂਜੀ ਬੇਟਾ। ਉਸ ਤੋਂ ਅੱਗੇ 8ਵਾਂ ਸਵਾਲ ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ। 20 ਸਵਾਲ ਬੇਟਾ ਆਪਾਂ ਕਰਨ ਲੱਗੇ ਆ। ਇਹ ਹੈਗੇ ਨੇ ਅੰਕ 4 ਅੰਕ ਨੇ 1, 2, 3, 4। ਠੀਕ ਹੈ। ਹੁਣ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਬੇਟਾ। ਪਹਿਲਾਂ ਵੱਡੀ ਤੋਂ ਵੱਡੀ ਸੰਖਿਆ ਕੀ ਕਰਾਂਗੇ ਸਭ ਤੋਂ ਪਹਿਲਾਂ ਕੀ ਲਵਾਂਗੇ ਆਪਾਂ ਸਭ ਤੋਂ ਵੱਡਾ ਅੰਕ ਸਭ ਤੋਂ ਪਹਿਲਾਂ ਲਵਾਂਗੇ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ ਤੇ ਅਖੀਰ ਵਿੱਚ ਉਸ ਤੋਂ ਛੋਟਾ। ਹੁਣ ਇਹ ਕੀ ਸੰਖਿਆ ਬਣ ਗਈ 4321। ਇਹ ਸੰਖਿਆ ਬੇਟਾ ਬਣ ਗਈ ਆਪਣੀ 4321। ਹੁਣ ਇਸੇ ਸੰਖਿਆ ਨੂੰ ਆਪਾਂ ਛੋਟੀ ਤੋਂ ਛੋਟੀ ਸੰਖਿਆ ਨੂੰ बढ़ावांगे। ਹੁਣ ਲਈਏ ਸਭ ਤੋਂ ਛੋਟੀ ਸੰਖਿਆ ਪਹਿਲਾਂ 1, ਉਸ ਤੋਂ ਵੱਡੀ 2, ਉਸ ਤੋਂ ਵੱਡੀ 3 ਤੇ ਉਸ ਤੋਂ ਵੱਡੀ 4। ਠੀਕ ਹੈ ਬੇਟਾ। ਇਹ ਹੁਣ ਬਣ ਗਈ 1234। ਇਹ ਬੇਟਾ ਆਪਣਾ ਸੰਖਿਆ ਰੂਪ ਹੋ ਗਿਆ 1234। ਠੀਕ ਹੈ। ਇਹ ਆਪਣੇ ਉੱਤਰ ਆ ਗਏ। ਹੁਣ ਆਪਾਂ ਕਾਪੀ ਤੇ ਇਹਨੂੰ ਕਿਸ ਤਰ੍ਹਾਂ ਲਿਖਣਾ ਆ देखो सवाल लिख के संख्या लिखनी है, फिर वड्डी तो वड्डी संख्या आ गई, इधर छोटी तो छोटी संख्या आ गई। गो। हाँ जी बेटा अगला सवाल है 9वां समझो अते लिखो। ਇਹਦੇ ਵਿੱਚ 20 ਸਵਾਲ ਬੇਟਾ ਆਪਾਂ ਕਰਨ ਲੱਗੇ ਆ। 20 ਸਵਾਲ ਦੇ ਵਿੱਚ ਜਿਹੜੇ ਰਕਮ ਆ ਉਹਦੇ ਫਲੈਸ਼ ਕਾਰਡ ਆ ਸੰਖਿਆਵਾਂ ਪਈਆਂ ਨੇ 2018, 2019, 2020 ਤੇ 2021। ਉਸ ਤੋਂ ਅਗਲੀਆਂ ਸੰਖਿਆਵਾਂ ਜਿਹੜੀਆਂ ਉਹ ਆਪਾਂ ਲਿਖਣੀਆਂ ਨੇ। ਉਹਦੇ ਹਿਸਾਬ ਨਾਲ ਕਰੰਸੀ ਨੋਟ ਵੇਖੋ 2018, 2019, 2020 ਤੇ 2021। ਹੁਣ ਬੇਟਾ ਅਗਲੀ ਸੰਖਿਆ ਕੀ ਆਵੇਗੀ ਇੱਥੇ ਕੀ ਆਈ ਹੈ 2021। ਅਗਲੀ ਸੰਖਿਆ ਆਵੇਗੀ 2022 ਹੋਵੇਗੀ, फिर 2023, 2024, 2025। ठीक है बेटा। हुण आपां फ्लैश कार्ड जिहड़े अगले आ वो किस तरह रखांगे 2022, 2023, 2024 ਅਤੇ 2025। ਇਹਨੂੰ ਆਪਾਂ ਕਾਪੀ 'ਚ ਕਿਵੇਂ ਲਿਖਣਾ बेटा इधर देखो। पहला खाली स्थान जिहड़े आ वो इस तरह भरांगे पूरी संख्या लिख के 2022, 2023, 2024 ਤੇ 2025। ठीक है बेटा। ਹੁਣ ਆਪਾਂ ਕਰਨਾ ਹੈ ਕਿ ਜਿੰਨਾ ਕੰਮ ਮੈਂ ਇੱਕ ਇੱਕ ਸਵਾਲ ਕੀਤਾ ਹੈ ਤੁਸੀਂ ਆਪਣੀਆਂ ਕਾਪੀਆਂ ਤੇ ਇਸੇ ਤਰੀਕੇ ਨਾਲ ਸੋਹਣਾ ਕਰਕੇ ਸਾਰੇ ਸਵਾਲ ਜਿਹੜੇ ਆ ਉਹ ਹੱਲ ਕਰਨੇ ਆ। ਧੰਨਵਾਦ। Hello my lovely students of class 5. Today we are going to do a very interesting activity. Let's start the activity. Dear kids, you are already familiar with the concept of nouns and adjectives. Let's sort out nouns and adjective from the given set of words. Let's assume this house belongs to nouns and this belongs to adjectives. Our first word is shoemaker. Shoemaker is a person who makes shoe. So shoemaker is a naming word. So this word belongs to noun. Shoemaker is a noun. Our second word is neat. Since neat means the tidy manner in which some work is done, so it belongs to, yes, you are right, neat belongs to adjective. Now, next word is leather. It's a name of a thing used to make shoes, so it belongs to noun. Next word is
Wonderful. Wonderful means something extremely good. Look at the smiley. Yes. So where do you think it belongs to? Yes, you are right. It belongs to an adjective. It is an adjective. Now, our next word is disappointed. Disappointed means so sad. So, it is definitely going to be an adjective. Our next word is else. Else, you know, is a name given to dwarf creatures. So, it's a noun. You guessed it right. It's a noun. Next word is surprised. Next word is surprised. As it clear by the picture, it means feeling or showing surprise or unexpected event. So, it goes to adjective. Now, the last word is customer. Our last word is customer. Customer is a name given to a person who purchases or buy things. So, it is noun. So, dear kids, today we listed out nouns and adjective from our first and second paragraph. Now, it's homework time. Your homework for today is you have to list all the nouns and adjectives of paragraph 3 and 4 from the lesson number 1, the else and the shoemaker. Keep on learning. ਪੰਜਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ, ਤੁਸੀਂ ਹੁਣ ਤੱਕ ਵਾਤਾਵਰਣ ਸਿੱਖਿਆ ਦੇ ਪਾਠ ਬਦਲਦੇ ਵਕਤ ਬਦਲਦੇ ਪਰਿਵਾਰ ਦੇ ਸੰਬੰਧ ਵਿੱਚ ਬਹੁਤ ਹੀ ਰੋਚਕ ਗਤੀਵਿਧੀਆਂ ਬਾਰੇ ਜਾਣ ਲਿਆ ਹੈ ਅਤੇ ਪਾਠ ਸੰਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਲਈ ਹੈ। ਤਾਂ ਚਲੋ ਆਓ ਇਸ ਦਾ ਅਭਿਆਸ ਕਰਦੇ ਹਾਂ। ਹੁਣ ਅਸੀਂ ਕਰਾਂਗੇ ਪ੍ਰਸ਼ਨ ਨੰਬਰ 5। ਹੇਠ ਲਿਖੇ ਵਾਕਾਂ ਦੇ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ। ਉੜਾ ਦਾਦਾ ਜੀ ਦੇ ਸਮੇਂ ਸਿਰਫ ਮਿੱਟੀ ਦੇ ਖਿਡੌਣੇ ਹੁੰਦੇ ਸਨ। ਸਹੀ। ਪਾਠ ਦੇ ਅਨੁਸਾਰ ਦਾਦਾ ਜੀ ਜਦੋਂ ਮੇਲਾ ਵੇਖਣ ਜਾਂਦੇ ਸਨ ਤਾਂ ਉੱਥੋਂ ਮਿੱਟੀ ਦੇ ਖਿਡੌਣੇ ਖਰੀਦ ਕੇ ਬਹੁਤ ਖੁਸ਼ ਹੁੰਦੇ ਸਨ। ਐੜਾ ਆਜ਼ਾਦੀ ਤੋਂ ਬਾਅਦ ਸਿੱਖਿਆ ਦਾ ਪਸਾਰ ਹੋਇਆ ਹੈ। ਬਿਲਕੁਲ ਸਹੀ। ਆਜ਼ਾਦੀ ਤੋਂ ਬਾਅਦ ਸਿੱਖਿਆ ਦੇ ਹਰ ਖੇਤਰ ਵਿੱਚ ਬਹੁਤ ਤਰੱਕੀ ਹੋਈ ਹੈ। ਇਲੀ ਬੱਚਿਆਂ ਨੂੰ ਮਾਤਾ ਪਿਤਾ ਦੀ ਦੇਖਭਾਲ ਦੀ ਲੋੜ ਨਹੀਂ ਹੁੰਦੀ। ਗਲਤ। ਬੱਚੇ ਛੋਟੇ ਹੁੰਦੇ ਹਨ, ਉਹਨਾਂ ਨੂੰ ਹਰ ਵੇਲੇ ਮਾਤਾ ਪਿਤਾ ਦੀ ਸੰਭਾਲ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ। ਸੱਸਾ ਸਾਨੂੰ ਟੈਲੀਵਿਜ਼ਨ ਘੱਟ ਵੇਖਣਾ ਚਾਹੀਦਾ ਹੈ। ਬਿਲਕੁਲ ਸਹੀ। ਟੀਵੀ ਅਤੇ ਮੋਬਾਈਲ ਦੀ ਜ਼ਿਆਦਾ ਵਰਤੋਂ ਸਾਡੀ ਨਜ਼ਰ ਨੂੰ ਖਰਾਬ ਕਰ ਸਕਦੀ ਹੈ। ਹਾਂ, ਸਾਨੂੰ ਆਪਣੇ ਦਾਦਾ ਦਾਦੀ ਕੋਲ ਸਮਾਂ ਬਿਤਾਉਣਾ ਚਾਹੀਦਾ ਹੈ। ਬਿਲਕੁਲ ਠੀਕ। ਪਿਆਰੇ ਬੱਚਿਓ, ਦਾਦਾ ਦਾਦੀ ਜੀ ਕੋਲ ਬੈਠ ਕੇ ਉਹਨਾਂ ਨਾਲ ਸਮਾਂ ਬਿਤਾ ਕੇ ਤੁਸੀਂ ਬਹੁਤ ਸਾਰੀਆਂ ਨਵੀਆਂ ਚੰਗੀਆਂ ਗੱਲਾਂ ਸਿੱਖ ਸਕਦੇ ਹੋ। ਆਓ ਹੁਣ ਇਸ ਪਾਠ ਦੇ ਵਿੱਚ ਕੁਝ ਪ੍ਰਸ਼ਨ ਉੱਤਰ ਹੈ ਜਿਹੜੇ ਆਪਾਂ ਕਰੀਏ। ਪਹਿਲੇ ਸਮਿਆਂ ਵਿੱਚ ਬੱਚਿਆਂ ਦੇ ਖਿਡੌਣੇ ਕਿਹੋ ਜਿਹੇ ਹੁੰਦੇ ਸਨ? ਤਾਂ ਇਸ ਦਾ ਉੱਤਰ ਹੋ ਸਕਦਾ ਪਿਆਰੇ ਵਿਦਿਆਰਥੀਓ ਕਿ ਪਹਿਲੇ ਸਮਿਆਂ ਵਿੱਚ ਬੱਚਿਆਂ ਦੇ ਖਿਡੌਣੇ ਮਿੱਟੀ ਦੇ ਹੁੰਦੇ ਸਨ। ਕਿ ਪਹਿਲੇ ਸਮੇਂ ਦੇ ਵਿੱਚ ਕੀ ਹੈ, ਬੱਚੇ ਜਿਹੜੇ ਮਿੱਟੀ ਦੇ ਖਿਡੌਣੇ ਬਣਾ ਕੇ ਰਹਿੰਦੇ ਸਨ ਜਾਂ ਬਹੁਤ ਸਾਰੇ ਖਿਡੌਣੇ ਆ ਜਿਹੜੇ ਲੱਕੜ ਦੇ ਵੀ ਹੁੰਦੇ ਸਨ। ਇਹਨਾਂ ਤੇ ਖਰਚਾ ਬਹੁਤ ਘੱਟ ਆਉਂਦਾ ਸੀ। ਬੱਚੇ ਆਸਾਨੀ ਦੇ ਨਾਲ ਇਹਨਾਂ ਨੂੰ ਖੁਦ ਬਣਾ ਲੈਂਦੇ ਸਨ। ਅਗਲਾ ਪਾਠ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਹੈ, ਹੁਣ ਦੇ ਨੌਜਵਾਨ ਅਤੇ ਬੱਚੇ ਕਿਹੜੀਆਂ ਸਹੂਲਤਾਂ ਚਾਹੁੰਦੇ ਹਨ? ਕਿ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਅਤੇ ਬੱਚੇ ਕਿਹੜੀਆਂ ਸਹੂਲਤਾਂ ਚਾਹੁੰਦੇ ਹਨ? ਪਿਆਰੇ ਵਿਦਿਆਰਥੀਓ, ਹੁਣ ਦੇ ਨੌਜਵਾਨ ਅਤੇ ਬੱਚੇ ਕੰਪਿਊਟਰ, ਮੋਟਰਸਾਈਕਲ, ਨਵੇਂ ਮਾਡਲ ਦੇ ਮੋਬਾਈਲ ਆਦਿ ਸਹੂਲਤਾਂ ਚਾਹੁੰਦੇ ਹਨ। ਕਿ ਉਹਨਾਂ ਨੂੰ ਨਵੇਂ ਫੋਨ, ਕੰਪਿਊਟਰ, ਮੋਟਰਸਾਈਕਲ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਮਿਲਦੀਆਂ ਹਨ,
ਉਹਨਾਂ ਨੂੰ ਉਹ ਚਾਹੀਦੀਆਂ ਹਨ। ਪਰ ਪੁਰਾਣੇ ਸਮੇਂ ਦੀ ਜੇ ਗੱਲ ਕਰੀਏ ਤਾਂ ਬੱਚੇ ਜਿਹੜੇ ਸਿਰਫ ਮਿੱਟੀ ਦੇ ਖਿਡੌਣਿਆਂ ਦੇ ਨਾਲ ਹੀ ਖੇਡਦੇ ਸਨ, ਉਹ ਜ਼ਿਆਦਾ ਮਹਿੰਗੀਆਂ ਚੀਜ਼ਾਂ ਲੈਣੀਆਂ ਪਸੰਦ ਨਹੀਂ ਕਰਦੇ ਸਨ। ਅਗਲਾ ਪ੍ਰਸ਼ਨ ਹੈ ਪਿਆਰੇ ਵਿਦਿਆਰਥੀਓ, ਕੁਝ ਨੌਜਵਾਨ ਦੂਸਰੇ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ? ਕਿ ਸਾਡਾ ਭਾਰਤ ਦਾ ਜਿਹੜਾ ਯੂਥ ਹੈ, ਨੌਜਵਾਨ ਪੀੜ੍ਹੀ ਹੈ, ਉਹ ਹੋਰ ਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੀ ਹੈ? ਪਿਆਰੇ ਵਿਦਿਆਰਥੀਓ, ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਉਹ ਜ਼ਿਆਦਾ ਪੈਸਾ ਕਮਾਉਣਗੇ, ਜ਼ਿਆਦਾ ਪੈਸਾ ਕਮਾ ਸਕਣਗੇ ਜਾਂ ਜ਼ਿਆਦਾ ਕਮਾਉਣਗੇ, ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਾਪਤ ਕਰਕੇ ਸੁਖਾਲੀ ਜ਼ਿੰਦਗੀ ਜੀ ਸਕਦੇ ਹਨ। ਇਹ ਕੁਝ ਕਾਰਨ ਹਨ ਪਿਆਰੇ ਵਿਦਿਆਰਥੀਓ ਕਿ ਨੌਜਵਾਨ ਹੈ ਜਿਹੜੇ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਨੂੰ ਜਾ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਪੈਸੇ ਕਮਾ ਸਕਣਗੇ, ਵਧੀਆ ਅਤੇ ਸੁਖਾਲੀ ਜਿਹੜੀ ਜ਼ਿੰਦਗੀ ਹੈ ਜਿਹੜੀ ਜੀ ਸਕਦੇ ਹਨ, ਕਿਉਂਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਵਧੀਆ ਸਿੱਖਿਆ ਮਿਲਦੀ ਹੈ ਅਤੇ ਸਿਹਤ ਸਹੂਲਤਾਂ ਜਿਹੜੀਆਂ ਜ਼ਿਆਦਾ ਹਨ। ਉਮੀਦ ਹੈ ਪਿਆਰੇ ਵਿਦਿਆਰਥੀਓ ਤੁਹਾਨੂੰ ਇਹ ਪਾਠ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸੇ ਤਰ੍ਹਾਂ ਹੀ ਪੜ੍ਹਦੇ ਰਹੋ, ਸਿੱਖਿਆ ਵਿਭਾਗ ਨਾਲ ਜੁੜੇ ਰਹੋ। ਬੰਦਾ ਹੋ ਕੇ ਸੁਣ ਓਏ ਬੰਦਿਆ, ਤੂੰ ਬੰਦਿਆਂ ਵਾਲੇ ਕੰਮ ਨਾ ਕੀਤੇ, ਹਵਾ ਪਾਣੀ ਤੇਰੀ ਜ਼ਿੰਦਗੀ ਸੀ ਤੇ ਤੂੰ ਸਾਰੇ ਹੀ ਗੰਦਲੇ ਕੀਤੇ। ਪਿਆਰੇ ਬੱਚਿਓ, ਮਨੁੱਖ ਨੇ ਆਪਣੇ ਲਾਲਚ ਵਸ ਵਿੱਚ ਆ ਕੇ ਹਵਾ, ਪਾਣੀ ਅਤੇ ਭੋਜਨ ਨੂੰ ਵਿਸ਼ੈਲਾ ਕਰ ਦਿੱਤਾ ਹੈ। ਤਾਂ ਆਓ ਅੱਜ ਇਸ ਦੀ ਜਾਣਕਾਰੀ ਲਈ ਪੜ੍ਹਦੇ ਹਾਂ। ਨਵਾਂ ਵਿਸ਼ਾ, ਨਵੀਂ ਦਿਸ਼ਾ, ਸਵਾਗਤ ਜ਼ਿੰਦਗੀ ਦੇ ਪਾਠ ਪਹਿਲੇ ਵਿੱਚੋਂ ਉਪਵਿਸ਼ਾ ਹਵਾ, ਪਾਣੀ ਤੇ ਭੋਜਨ। ਪਿਆਰੇ ਬੱਚਿਓ, ਆਪਾਂ ਸਭ ਤੋਂ ਪਹਿਲਾਂ ਇੱਕ ਮਜ਼ੇਦਾਰ ਕਹਾਣੀ ਸੁਣਾਂਗੇ ਤੇ ਕਹਾਣੀ ਦੇ ਵਿੱਚ ਸੁਣਾਂਗੇ ਕਿ ਹਵਾ, ਪਾਣੀ ਅਤੇ ਭੋਜਨ ਆਪਸ ਵਿੱਚ ਕਿਵੇਂ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਹਨ। ਇੱਕ ਦਿਨ ਹਵਾ ਅਤੇ ਪਾਣੀ ਆਪਸ ਵਿੱਚ ਦੁੱਖ ਸੁੱਖ ਕਰਨ ਲੱਗੇ। ਹਵਾ ਆਖਣ ਲੱਗੀ, ਪਾਣੀ ਵੀਰੇ ਕੀ ਗੱਲ ਹੈ, ਇੰਨਾ ਉਦਾਸ ਕਿਉਂ ਦਿਖ ਰਿਹਾ ਏ? ਪਾਣੀ ਚੁੱਪ ਰਿਹਾ, ਜਿਵੇਂ ਦੁੱਖ ਸਾਂਝਾ ਕਰਨ ਲਈ ਸ਼ਬਦ ਨਾ ਮਿਲ ਰਹੇ ਹੋਣ। ਕੋਲ ਪਲੇਟ ਵਿੱਚ ਪਿਆ ਭੋਜਨ ਬੋਲਿਆ, ਕੀ ਕਰੇ ਵਿਚਾਰਾ, ਉਸਦਾ ਦੁੱਖ ਵੱਡਾ ਹੈ। ਮਨੁੱਖ ਨੇ ਇਸ ਨੂੰ ਗੰਦਗੀ ਅਤੇ ਰਸਾਇਣਾਂ ਨਾਲ ਮੈਲਾ ਅਤੇ ਜ਼ਹਿਰੀਲਾ ਕਰ ਦਿੱਤਾ ਹੈ। ਸੱਚਮੁੱਚ ਹਵਾ ਭੈਣੇ, ਮੈਂ ਤਾਂ ਆਪਣੇ ਗੁਣ ਹੀ ਗਵਾ ਬੈਠਾ ਹਾਂ। ਕਿੰਨਾ ਪਾਕ ਤੇ ਪਵਿੱਤਰ ਸਾਂ ਮੈਂ, ਠੰਡਾ ਤੇ ਮਿੱਠਾ ਵੀ। ਯਾਦ ਕਰੋ ਕਿੰਨਾ ਵਿਸ਼ਾਲ ਸਰੀਰ ਸੀ ਮੇਰਾ, ਵਿਅਰਥ ਬਹਾਓ ਕਾਰਨ ਕਿੰਨਾ ਸੁੰਗੜ ਗਿਆ ਹਾਂ। ਸੱਚਮੁੱਚ, ਹਵਾ ਨੇ ਕਿਹਾ, ਮੇਰੀ ਹਾਲਤ ਵੀ ਤੇਰੇ ਜਿਹੀ ਹੀ ਹੈ। ਅਣਗਿਣਤ ਵਾਹਨਾਂ ਅਤੇ ਫੈਕਟਰੀਆਂ ਦੇ ਗੰਦੇ ਧੂਏ ਕਾਰਨ ਮੇਰੀ ਸ਼ੁੱਧਤਾ ਵੀ ਖਤਮ ਹੋ ਰਹੀ ਹੈ। ਮੈਨੂੰ ਤਾਂ ਇਸ ਸੋਚ ਨੇ ਤੰਗ ਕੀਤਾ ਹੋਇਆ ਹੈ ਕਿ ਇਸ ਮਨੁੱਖ ਦਾ ਕੀ ਬਣੂ। ਕਿੰਨੀ ਕੁ ਦੇਰ ਮੈਂ ਇਸ ਦੇ ਫੇਫੜਿਆਂ ਵਿੱਚ ਤਾਜ਼ਗੀ ਭਰ ਸਕਾਂਗੀ। ਮੇਰੇ ਵਿੱਚੋਂ ਵੀ ਮਨੁੱਖੀ ਸਾਹਾਂ ਨੂੰ ਚਲਾਉਣ ਵਾਲਾ ਤੱਤ ਪਹਿਲਾਂ ਨਾਲੋਂ ਘਟ ਗਿਆ ਹੈ। ਸਹੀ ਗੱਲ ਹੈ ਹਵਾ ਭੈਣੇ, ਭੋਜਨ ਕਹਿਣ ਲੱਗਾ। ਮੇਰੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਪਾਣੀ ਦੇ ਵਿਸ਼ੈਲੇਪਣ ਅਤੇ ਕੀਟਨਾਸ਼ਕਾਂ ਕਾਰਨ ਮੇਰਾ ਸਵਾਦ ਤੇ ਪੋਸ਼ਕ ਤੱਤ ਵੀ ਖਤਮ ਹੋ ਰਹੇ ਹਨ। ਮੈਨੂੰ ਤਾਂ ਫਿਕਰ ਲੱਗਿਆ ਹੋਇਆ ਕਿ ਮਨੁੱਖ ਮੈਨੂੰ ਖਾ ਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ। ਪਤਾ ਨਹੀਂ ਮਨੁੱਖ ਨੂੰ ਸੋਝੀ ਕਿਉਂ ਨਹੀਂ ਆਉਂਦੀ। ਸਾਡੇ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਅਤੇ ਲਾਲਚੀ ਸੋਚ ਦਾ ਉਹ ਆਪ ਹੀ ਸ਼ਿਕਾਰ ਹੋ ਰਿਹਾ। ਭੁੱਲ ਗਿਆ ਉਹ ਕਿ ਸਿਹਤ ਹੀ ਸਰਮਾਇਆ ਹੈ। ਹਾਂਜੀ, ਕਹਾਣੀ ਨੂੰ ਸੁਣ ਕੇ ਖੂਬ ਆਨੰਦ ਆਇਆ ਹੋਵੇਗਾ ਮੇਰੇ ਬੱਚਿਆਂ ਨੂੰ। ਤਾਂ ਬੱਚਿਓ, ਹੁਣ ਤੁਸੀਂ ਵੀ ਹਵਾ, ਪਾਣੀ ਅਤੇ ਭੋਜਨ ਪਾਤਰ ਬਣ ਕੇ ਆਪਸ ਦੇ ਵਿੱਚ ਕਹਾਣੀ ਦਾ ਰੋਲ ਪਲੇ ਕਰਨਾ ਹੈ। ਕਿਰਿਆ ਨੰਬਰ 3, ਆਪਾਂ ਬੱਚਿਓ ਅੱਜ ਇੱਕ ਸਲੋਗਨ ਤਿਆਰ ਕਰਦੇ ਹਾਂ, ਜਿਸ ਲਈ ਮੈਂ ਕੁਝ ਰੰਗ ਲਏ ਹਨ, ਇੱਕ ਸਾਫ਼ ਪੇਪਰ ਤੇ ਇੱਕ
ਕਾਲੀ ਪੈਨਸਲ। ਸਭ ਤੋਂ ਪਹਿਲਾਂ ਸਲੋਗਨ ਸੋਚ ਲੈਣਾ ਹੈ। ਤੁਸੀਂ ਆਪਣੇ ਅਧਿਆਪਕ ਅਤੇ ਆਪਣੇ ਭੈਣ ਭਰਾਵਾਂ ਦੀ ਮਦਦ ਲੈ ਸਕਦੇ ਹੋ। ਸੁੰਦਰ ਲਿਖਾਈ ਦੇ ਵਿੱਚ ਉਸ ਨੂੰ ਅਸੀਂ ਪਲੇਨ ਪੇਪਰ ਉੱਪਰ ਲਿਖ ਲਵਾਂਗੇ। ਫਿਰ ਵੱਖ-ਵੱਖ ਰੰਗਾਂ ਨਾਲ ਉਸ ਨੂੰ ਸਜਾਉਣਾ ਹੈ। ਜਿਵੇਂ ਬੱਚਿਓ, ਜਲ ਹੀ ਜੀਵਨ ਹੈ, ਇਹ ਇੱਕ ਸਲੋਗਨ ਇਸ ਤਰ੍ਹਾਂ ਮੈਂ ਤਿਆਰ ਕੀਤਾ ਹੈ, ਤਾਂ ਤੁਸੀਂ ਵੀ ਇਸੇ ਤਰ੍ਹਾਂ ਹੀ ਸੋਹਣੇ ਤਰੀਕੇ ਨਾਲ ਇਸ ਨੂੰ ਤਿਆਰ ਕਰ ਸਕਦੇ ਹੋ। ਜਾਂ ਤੁਸੀਂ ਇਹ ਵੀ ਲਿਖ ਸਕਦੇ ਹੋ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ। ਤਾਂ ਬੱਚਿਓ, ਇਸ ਤਰ੍ਹਾਂ ਜੋ ਤੁਹਾਡਾ ਦਿਲ ਕਰੇ ਤੁਸੀਂ ਉਸ ਤਰ੍ਹਾਂ ਦਾ ਹੀ ਸਲੋਗਨ ਤਿਆਰ ਕਰ ਲੈਣਾ ਹੈ। ਘਰ ਦਾ ਕੰਮ ਨੋਟ ਕਰੋ ਬੱਚਿਓ। ਪੰਨਾ ਨੰਬਰ 7 ਤੇ ਕਹਾਣੀ ਦੇ ਆਧਾਰ ਤੇ ਦੱਸੋ ਭੋਜਨ ਦੀ ਵਿਗੜੀ ਹੋਈ ਹਾਲਤ ਕਾਰਨ ਉਸ ਵਿੱਚ ਕੀ ਵੱਧ ਗਿਆ ਹੈ ਅਤੇ ਕੀ ਘਟ ਗਿਆ ਹੈ। ਤੱਕੜੀ ਦਾ ਝੁਕਿਆ ਹੋਇਆ ਪਾਸਾ ਵੱਧਦਾ ਅਤੇ ਉੱਠਿਆ ਹੋਇਆ ਘਟ ਦਾ ਪ੍ਰਤੀਕ ਹੁੰਦਾ ਹੈ ਬੱਚਿਓ। ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਾਲੇ ਸਹੀ ਵਿਕਲਪ ਦੀ ਤੁਸੀਂ ਚੋਣ ਕਰਨੀ ਹੈ। ਇਹਨਾਂ ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹਦੇ ਹੋਏ ਸਹੀ ਉੱਤਰ ਦੀ ਚੋਣ ਕਰੋ ਬੱਚਿਓ।